ਵਾਹਿਗੁਰੂ ਸਾਹਿਬ ਜੀਓ। ਜਿਉ ਪਾਵੈ ਤਿਉ ਰਾਖ, ਹਰ ਪ੍ਰਭ ਤੇਰੀਆ। ਕੀਤੇ ਗਣੋ ਅਸੰਖ, ਅਵਗਣ ਮੇਰਿਆ। ਅਸੰਖਿ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੂਲੀਐ। ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਘੂਲੀਐ। ਲੋਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੋਂ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵ ਜਲ ਫੀਰਿਆ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਇ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਹੇ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਆਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਆਤ ਪਿਆਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ। ਕਤੰਚ ਮਾਤਾ ਕਤੰਚ ਪਿਤਾ, ਕਤੰਚ ਬਨਤਾ ਵਿਨੋਦ ਸੁਤਹਿ। ਕਤੰਚ ਭਰਾਤ ਮੀਤ ਹਿਤ ਬੰਧਵ, ਕਤੰਚ ਮੋਹ ਕੁਟੰਬਯਤੇ। ਕਤੰਚ ਚਪਲ ਮੋਹਨੀ ਰੂਪੰ, ਭਿਖੰਤੇ ਤਿਆਗੰ ਕਰੋਤ। ਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਬਦਿਅੰ ਅਚੁੱਤ ਤਨਹਿ। ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਭਰਾਤ ਬਾਂਧਵਹਿ। ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤਹਿ, ਤ੍ਰਿਗ ਸਨੇਹੰ ਗ੍ਰਹਾਰਥ ਕਹਿ। ਸਾਧ ਸੰਗ ਸਨੇਹ ਸਤਯੰ, ਸੁਖਯੰ ਬਸੰਤ ਨਾਨਕਹਿ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ। ਕਤੰਚ ਮਾਤਾ ਕਤੰਚ ਪਿਤਾ, ਕਤੰਚ ਬਨਤਾ ਵਿਨੋਦ ਸੁਤਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੈ, ਡਾਕਟਰ ਅਨੋਖ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦੀ ਮਿੱਠੀ ਯਾਦ ਵਿੱਚ ਸਮੂਹ ਪਰਿਵਾਰ ਵੱਲੋਂ
ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਲਾਹੀ ਬਾਣੀ ਦੇ ਸਹਿਜ ਪਾਠ ਪ੍ਰਾਰੰਭ ਕਰਵਾਏ ਗਏ ਹਨ ਅਤੇ ਇਸ ਦੇ ਨਾਲ ਹੀ ਅੱਜ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵੀ ਪ੍ਰਾਰੰਭ ਹੈ। ਅੰਮ੍ਰਿਤ ਵੇਲੇ ਆਪ ਸੰਗਤਾਂ ਨੇ ਜੈਤ ਸ੍ਰੀ ਰਾਗ ਦੀ ਵਾਰ ਦੀ ਕਥਾ ਸਰਵਣ ਕੀਤੀ ਸੀ। ਅੰਮ੍ਰਿਤ ਵੇਲੇ ਉਹੀ ਕਥਾ ਹੋਇਆ ਕਰੇਗੀ। ਅੱਜ ਸ਼ਾਮ ਦਾ ਪਹਿਲਾ ਦੀਵਾਨ ਹੈ। ਅੱਜ ਸ਼ਾਮ ਦੇ ਦੀਵਾਨ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਉਚਾਰਨ ਕੀਤੇ ਹੋਏ ਸੰਸਕ੍ਰਿਤੀ ਸ਼ਲੋਕਾਂ ਦੀ ਕਥਾ ਆਪ ਸੰਗਤਾਂ ਸਰਵਣ ਕਰੋਗੇ। ਇਹ ਸ਼ਲੋਕ ਕਿੱਥੇ ਉਚਾਰਨ ਕੀਤੇ ਗਏ, ਕਿਉਂ ਉਚਾਰਨ ਕੀਤੇ ਗਏ, ਕਿਹਨਾਂ ਦੇ ਪ੍ਰਥਾएं ਉਚਾਰਨ ਕੀਤੇ ਗਏ। ਜਦੋਂ ਆਪਾਂ ਇਹਨਾਂ ਸਵਾਲਾਂ ਦੀ ਵਿਚਾਰ ਕਰਦੇ ਹਾਂ, ਦਮਦਮੀ ਟਕਸਾਲ ਸੰਪਰਦਾਇ ਪਿੰਡਰਾਂ ਦੇ ਮਹਾਂਪੁਰਖ ਇਹਦੀ ਉਥਾਨਕਾ ਇਹ ਸਰਵਣ ਕਰਵਾਉਂਦੇ ਹਨ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਦੋਂ ਕਾਂਸ਼ੀ ਵਿੱਚ ਗਏ ਸਨ ਤਾਂ ਉਸ ਵੇਲੇ ਕੁਝ ਕਾਂਸ਼ੀ ਦੇ ਪੰਡਤ ਗੁਰੂ ਮਹਾਰਾਜ ਦੇ ਨਾਲ ਚਰਚਾ ਕਰਨ ਵਾਸਤੇ ਆਏ ਔਰ ਉਹਨਾਂ ਨੇ ਹਜ਼ੂਰ ਦੇ ਪਾਸ ਆ ਕੇ ਬੇਨਤੀ ਕੀਤੀ, ਤੁਸੀਂ ਧਰਮ ਗੁਰੂ ਹੋ, ਸਿੱਖਾਂ ਦੇ ਪਹਿਲੇ ਗੁਰੂ ਹੋ, ਤੁਸੀਂ ਸਾਡੇ ਨਾਲ ਚਰਚਾ ਕਰੋ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਇੱਕ ਕੂਕਰ ਕੁੱਤਾ ਮਰਿਆ ਪਿਆ ਸੀ, ਉਹਦੇ ਵੱਲ ਤੱਕ ਕੇ ਕਹਿਣ ਲੱਗੇ, ਉੱਠ ਭਾਈ, ਤੇਰੇ ਜਾਤ ਭਾਈ ਆਏ ਨੇ, ਤੂੰ ਇਹਨਾਂ ਨਾਲ ਚਰਚਾ ਕਰ। ਇਹ ਗੱਲ ਸੁਣ ਕੇ ਪੰਡਤ ਬਹੁਤ ਹੈਰਾਨ ਤੇ ਪਰੇਸ਼ਾਨ ਹੋ ਗਏ, ਬਈ ਤੁਸੀਂ ਕੁੱਤੇ ਨੂੰ ਜਾਤ ਭਾਈ ਸਾਡਾ ਕਿਉਂ ਕਹਿ ਦਿੱਤਾ ਹੈ। ਤਾਂ ਉਸ ਵੇਲੇ ਸਮਰੱਥ ਤੇ ਸਰਬੱਖ ਸਤਿਗੁਰੂ ਨੇ ਆਖਿਆ, ਗੋਪਾਲ ਦੱਤ ਉਹਨਾਂ ਵਿੱਚੋਂ ਪ੍ਰਮੁੱਖ ਸੀ, ਕਹਿਣ ਲੱਗੇ ਇਹ ਤੇਰਾ ਦਾਦਾ ਵਿਸ਼ਨ ਦੱਤ ਹੈ। ਕੋਈ ਮਹਾਂਪੁਰਖ ਸਨ, ਬੰਦਗੀ ਵਾਲੇ, ਕਮਾਈ ਵਾਲੇ, ਉਹ ਕਾਂਸ਼ੀ ਵਿੱਚ ਆਏ। ਇਹ ਕਹਿਣ ਲੱਗਾ ਮੇਰੇ ਨਾਲ ਚਰਚਾ ਕਰੋ। ਉਹ ਕਹਿਣ ਲੱਗੇ ਭਾਈ ਅਸੀਂ ਤਾਂ ਅਨਪੜ੍ਹ ਹਾਂ, ਅਸੀਂ ਚਰਚਾ ਕੀ ਕਰ ਸਕਦੇ ਹਾਂ। ਪਰ ਇਹ ਖਹਿੜਾ ਹੀ ਨਾ ਛੱਡੇ, ਤੂੰ ਸਾਧ ਕਿਉਂ ਬਣਿਆ, ਤੂੰ ਸੰਤ ਕਿਉਂ ਬਣਿਆ, ਜੇ ਤੂੰ ਕੋਈ ਧਰਮ ਗ੍ਰੰਥ ਪੜ੍ਹਿਆ ਹੀ ਨਹੀਂ ਸੀ। ਆਖੀਰ ਉਸਨੇ ਕਹਿ ਦਿੱਤਾ, ਕਿਉਂ ਕੁੱਤੇ ਵਾਂਗੂ ਭੌਂਕਦਾ, ਸਾਧ ਬਚਨ ਅਟ ਲਾਧਾ, ਫਿਰ ਤੇਰੇ ਦਾਦੇ ਨੂੰ ਕੁੱਤੇ ਦੀ ਜੂਨ ਮਿਲੀ। ਹੁਣ ਇਹਨੇ ਜਿਹੜਾ ਪਿਛਲਾ ਕੋਈ ਪੁੰਨ ਕਰਮ ਕੀਤਾ ਸੀ ਉਹਦੇ ਅਨੁਸਾਰ ਸਾਡੇ ਦਰਸ਼ਨ ਹੋਏ ਨੇ, ਹੁਣ ਅਸੀਂ ਇਹਦੀ ਕਲਿਆਣ ਕਰਾਂਗੇ। ਪਰ ਇੱਕ ਵਾਰੀ ਹੁਣ ਇਹਦੇ ਨਾਲ ਚਰਚਾ ਕਰਨੀ ਪਵੇਗੀ। ਜਦੋਂ ਗੁਰੂ ਮਹਾਰਾਜ ਨੇ ਉਸ ਵੱਲ ਅੰਮ੍ਰਿਤ ਦ੍ਰਿਸ਼ਟੀ ਪਾਈ, ਮਿਰਤਕ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਉਹ ਜਿਉਂਦਾ ਹੋ ਗਿਆ। ਤੇ ਉਸਨੇ ਆਖਿਆ, ਆਓ ਭਾਈ ਕਰੋ ਚਰਚਾ ਮੇਰੇ ਨਾਲ। ਇਸ ਕੌਤਕ ਨੂੰ ਦੇਖ ਕੇ ਗੋਪਾਲ ਦੱਤ ਗੁਰੂ ਮਹਾਰਾਜ ਦਾ ਸਿੱਖ ਬਣਿਆ, ਚਰਨ ਪਾਹੋ ਲਈ। ਫਿਰ ਕਹਿਣ ਲੱਗਾ, ਮਹਾਰਾਜ ਤੁਸੀਂ ਉਪਦੇਸ਼ ਦਿਓ। ਜਿਹੜੇ ਪਹਿਲੇ 4 ਸ਼ਲੋਕ ਨੇ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਹਨ, ਜੋ ਸੰਸਕ੍ਰਿਤੀ ਸ਼ਲੋਕਾਂ ਦੇ ਰੂਪ ਦੇ ਵਿੱਚ ਹੀ ਉਚਾਰਨ ਕੀਤੇ ਗਏ। ਸੰਸਕ੍ਰਿਤ ਭਾਸ਼ਾ ਦਾ ਨਾਮ ਹੈ, ਇੱਕ ਸੰਸਕ੍ਰਿਤ ਭਾਸ਼ਾ ਹੈ, ਪਰ ਸੰਸਕ੍ਰਿਤ ਭਾਸ਼ਾ ਉਸ ਤੋਂ ਵੱਖਰੀ ਭਾਸ਼ਾ ਹੈ। ਇਹਦੇ ਬਾਰੇ ਵਿਦਵਾਨਾਂ ਨੇ ਇਹ ਗੱਲ ਆਖੀ ਹੈ ਬਈ ਸੰਸਕ੍ਰਿਤ ਪ੍ਰਾਕ੍ਰਿਤ ਭਾਸ਼ਾ ਦਾ ਨਾਮ ਹੈ। ਸੰਸਕ੍ਰਿਤ ਵੱਖਰੀ ਹੈ ਅਤੇ ਪ੍ਰਾਕ੍ਰਿਤ ਭਾਸ਼ਾ ਉਸ ਤੋਂ ਵੱਖਰੀ ਹੈ। ਜਿਹੜੇ ਸੰਸਕ੍ਰਿਤ ਦੇ ਸ਼ਬਦ ਨੇ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਆ ਕੇ ਬਦਲ ਜਾਂਦੇ ਨੇ,
ਉਸ ਸੰਸਕ੍ਰਿਤ ਦੇ ਸ਼ਬਦਾਂ ਨੂੰ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਗੁਰੂ ਮਹਾਰਾਜ ਨੇ ਉਚਾਰਨ ਕੀਤਾ। ਕਿਉਂ? ਇਹ ਪੰਡਤ ਗੋਪਾਲ ਦੱਤ ਪ੍ਰਾਕ੍ਰਿਤ ਭਾਸ਼ਾ ਦਾ ਪੰਡਤ ਸੀ, ਇਹਨੂੰ ਇਹਦੇ ਭਾਸ਼ਾ ਦੇ ਵਿੱਚ ਹੀ ਉਪਦੇਸ਼ ਦਿੱਤਾ। ਹੁਣ ਜਦੋਂ ਗੋਪਾਲ ਦੱਤ ਚੜ੍ਹਾਈ ਕਰ ਗਿਆ, ਇਹਦੇ ਪੋਤਰੇ ਸਨ ਹਰੀ ਲਾਲ ਅਤੇ ਕ੍ਰਿਸ਼ਨ ਲਾਲ। ਉਹਨਾਂ ਦੇ ਮਨ ਦੇ ਵਿੱਚ ਮੋਹ ਦੇ ਕਾਰਨ ਸੋਗ ਦੀ ਭਾਵਨਾ ਪੈਦਾ ਹੋ ਗਈ। ਹਰ ਵੇਲੇ ਉਹਨਾਂ ਦਾ ਮਨ ਸਦਮੇ ਦੇ ਵਿੱਚ ਹੀ ਡੁੱਬਿਆ ਰਵੇ। ਹਰ ਵੇਲੇ ਉਹਨਾਂ ਦੇ ਮਨ ਦੀ ਹਾਲਤ ਬਹੁਤ ਸਦਮੇ ਦੇ ਵਿੱਚ ਹੀ ਰਹਿਣ ਲੱਗੀ। ਫਿਰ ਉਹਨਾਂ ਸੋਚਿਆ ਵੀ ਇਉਂ ਤੇ ਸਮਾਂ ਬਤੀਤ ਨਹੀਂ ਹੋਣਾ। ਫਿਰ ਇਹਨਾਂ ਨੇ ਧਰਮ ਗ੍ਰੰਥ ਪੜ੍ਹਨੇ ਸ਼ੁਰੂ ਕਰ ਦਿੱਤੇ। ਪੰਡਤ ਤੇ ਹੈ ਹੀ ਸਨ, ਵਿਦਵਾਨ ਸਨ। ਬਹੁਤ ਸਾਰੇ ਧਰਮ ਗ੍ਰੰਥ ਪੜ੍ਹੇ, ਗੀਤਾ, ਰਾਮਾਇਣ ਆਦਿਕ, ਪਰ ਉਹਨਾਂ ਨੂੰ ਪੜ੍ਹ ਕੇ ਮਨ ਨੂੰ ਸ਼ਾਂਤੀ ਨਾ ਮਿਲੀ। ਫਿਰ ਇਹਨਾਂ ਬਹੁਤ ਸਾਰੇ ਸਾਧੂ ਸੰਤਾਂ ਦੀ ਸੰਗਤ ਵੀ ਕੀਤੀ, ਪਰ ਫਿਰ ਵੀ ਗੱਲ ਨਾ ਬਣੀ। ਫਿਰ ਇਹਨਾਂ ਨੇ ਪੁਸਤਕਾਲੇ ਦੀ ਖੋਜ ਕੀਤੀ, ਜੋ ਘਰ ਦੇ ਵਿੱਚ ਲਾਇਬ੍ਰੇਰੀ ਬਣਾਈ ਹੋਈ ਸੀ। ਉਹਦੇ ਵਿੱਚੋਂ ਕਸ਼ਮੀਰੀ ਕਾਗਜ਼ ਤੇ ਕੇਸਰ ਤੇ ਚੰਦਨ ਦੇ ਨਾਲ ਲਿਖੇ 4 ਸ਼ਲੋਕ ਉਪਲਬਧ ਹੋਏ, ਜੋ ਗੁਰੂ ਨਾਨਕ ਸਾਹਿਬ ਜੀ ਦੇ ਸਨ। ਪੜ੍ਹ ਪੁਸਤਕ ਸੰਧਿਆ ਬਾਦਨ ਸਲਪੂਜ ਬਗਲ ਸਮਾਦਨ। ਇਹਨਾਂ ਨੂੰ ਪੜ੍ਹਿਆ, ਫਿਰ ਇਹਨਾਂ ਦੇ ਮਨ ਨੂੰ ਸ਼ਾਂਤੀ ਮਿਲੀ। ਫਿਰ ਇਹ ਕਹਿਣ ਲੱਗੇ, ਹੁਣ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਕੌਣ ਹੈ? ਫਿਰ ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ। ਕਹਿੰਦੇ ਚਲੋ ਹੁਣ ਆਪਾਂ ਉਹਨਾਂ ਦੇ ਕੋਲ ਚੱਲਦੇ ਹਾਂ ਅਤੇ ਜਾ ਕੇ ਬੇਨਤੀ ਕਰਾਂਗੇ, ਜਿਵੇਂ ਸਾਡੇ ਦਾਦੇ ਨੂੰ ਉਹਨਾਂ ਨੇ ਉਪਦੇਸ਼ ਦਿੱਤਾ ਸੀ, ਸਾਨੂੰ ਵੀ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਹੀ ਉਪਦੇਸ਼ ਦਿਓ। ਉਹ ਦੋਵੇਂ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਪ੍ਰਾਕ੍ਰਿਤ ਭਾਸ਼ਾ ਦੇ ਪੰਡਤ ਸਨ। ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆਏ। ਉਹਨਾਂ ਦੇ ਪਰਥਾਏ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਸੰਸਕ੍ਰਿਤੀ ਸ਼ਲੋਕ, ਜਿਨ੍ਹਾਂ ਦੀ ਗਿਣਤੀ 67 ਲਿਖੀ ਹੋਈ ਹੈ, ਇਹ ਉਹਨਾਂ ਦੇ ਪਰਥਾਏ ਉਚਾਰਨ ਕੀਤੇ। ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਮਾਤਾ ਪਿਤਾ ਚਲਾਣਾ ਕਰ ਗਏ ਹਨ, ਉਹਨਾਂ ਨੂੰ ਯਾਦ ਕਰਕੇ ਸਾਡੇ ਅੰਦਰ ਸੋਗ ਦੀ ਭਾਵਨਾ ਪੈਦਾ ਹੋ ਗਈ ਹੈ। ਹੁਣ ਸਾਡਾ ਮਨ ਮਨਫੀ ਹਾਲਤ ਵਿੱਚ ਹੀ, ਢਹਿੰਦੀ ਕਲਾ ਦੇ ਵਿੱਚ ਹੀ ਰਹਿੰਦਾ ਹੈ, ਅਤੇ ਆਪ ਕਿਰਪਾ ਕਰੋ ਐਸਾ ਉਪਦੇਸ਼ ਦਿਓ ਜਿਹਨੂੰ ਸੁਣ ਕੇ ਸਾਡਾ ਮਨ ਚੜ੍ਹਦੀ ਕਲਾ ਦੇ ਵਿੱਚ ਹੋ ਜਾਵੇ। ਹੁਣ ਸ਼ੋਕ ਅਤੇ ਮੋਹ ਦੀ ਨਿਵਰਤੀ ਵਾਸਤੇ ਗੁਰੂ ਮਹਾਰਾਜ ਨੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ ਹੈ। ਲਓ ਹੁਣ ਇਸ ਦੀ ਵਿਚਾਰ ਸੁਣੋ। ਸ਼ਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ। ਸ਼ਲੋਕ ਕਾਵਿ ਰਚਨਾ ਵਿਸ਼ੰਦ ਦਾ ਨਾਮ ਹੈ। ਸੰਸਕ੍ਰਿਤੀ ਪ੍ਰਾਕ੍ਰਿਤ ਭਾਸ਼ਾ ਦਾ ਨਾਮ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਇਹ ਬਾਣੀ ਹੈ, ਜਿਸ ਨੂੰ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਉਚਾਰਨ ਕੀਤਾ ਗਿਆ ਹੈ। ਆਰੰਭ ਦੇ ਵਿੱਚ ਮਹਾ ਮੰਤਰ ਰੂਪ ਮੰਗਲਾਚਰਨ ਹੈ। ਇੱਕ ਓੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਨਾਮ ਪ੍ਰਸਿੱਧ, ਕਰਤਾ ਪੁਰਖ, ਸਿਰਜਣਹਾਰ ਤੇ ਵਿਆਪਕ ਸਰੂਪ, ਨਿਰਭਉ ਨਿਰਵੈਰ, ਭੈ ਤੋਂ ਰਹਿਤ, ਵੈਰ ਤੋਂ ਵੀ ਮੁਕਤ, ਅਕਾਲ ਮੂਰਤ, ਉਹ ਕਾਲ ਤੋਂ ਰਹਿਤ, ਸदैवी ਹਸਤੀ ਹੈ। ਆਜੂਨੀ, ਫਿਰ ਉਹ ਕਦੀ ਜੂਨਾ ਵਿੱਚ ਨਹੀਂ ਆਉਂਦਾ। ਸਹਿਪੰਗ ਸੁਤੇ ਪ੍ਰਕਾਸ਼ ਰੂਪ ਹੈ। ਮਿਲਦਾ ਕਿਵੇਂ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ। ਹੁਣ ਅੱਗੇ ਬਾਣੀ ਦਾ ਉਪਦੇਸ਼ ਆਰੰਭ ਹੋਣ ਲੱਗਿਆ ਹੈ। ਆਪ ਸੰਗਤਾਂ ਪ੍ਰੇਮ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਤੰਚ ਮਾਤਾ ਕਤੰਚ ਪਿਤਾ, ਕਤੰਚ ਬਨਤਾ ਵਿਨੋਦ ਸੁਤ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਭਾਵੇਂ ਬਹਾਨਾ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਦਾ ਬਣਿਆ,
ਪਰ ਇਹ ਬਾਣੀ ਸਰਬਕਾਲੀ ਤੇ ਸਰਬ ਸਾਂਝੀ ਹੈ। ਹੁਣ ਸਾਨੂੰ ਵੀ ਇਹ ਬਾਣੀ ਉਪਦੇਸ਼ ਦੇ ਰਹੀ ਹੈ, ਕਤੰਚ ਮਾਤਾ ਕਤੰਚ ਪਿਤਾ। ਕਤੰਚ ਕਿੱਥੇ ਨੇ ਚਾ ਪੁਨਾ, ਤੁਹਾਡੇ ਮਾਤਾ ਜੀ ਵੀ ਚਲਾਣਾ ਕਰ ਗਏ ਨੇ। ਕਤੰਚ ਪਿਤਾ, ਤੁਹਾਡੇ ਪਿਤਾ ਜੀ ਕਿੱਥੇ ਨੇ ਚਾ ਪੁਨਾ, ਉਹ ਵੀ ਚਲਾਣਾ ਕਰ ਗਏ ਨੇ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਓਏ, ਤੈ ਪਾਸੋਂ ਓਏ ਲੱਦ ਗਏ, ਤੂੰ ਅਜਾਣਾ ਪਤੀਣ ਹੋਏ। ਜਦੋਂ ਕੋਈ ਨਿਕਟ ਵਰਤੀ ਸਾਡਾ ਨਜ਼ਦੀਕੀ ਚਲਾਣਾ ਕਰਦਾ ਹੈ, ਫਿਰ ਉਸ ਵੇਲੇ ਸੋਗ ਦੀ ਭਾਵਨਾ ਪੈਦਾ ਹੁੰਦੀ ਹੈ। ਪਰ ਹਜੂਰ ਕਹਿੰਦੇ ਉਸ ਵੇਲੇ ਬਾਣੀ ਦੁਆਰਾ ਮਨ ਨੂੰ ਧੀਰਜ ਦੇਣਾ ਚਾਹੀਦਾ। ਕਿੱਥੇ ਹਨ ਤੁਹਾਡੇ ਮਾਤਾ ਜੀ, ਕਿੱਥੇ ਨੇ ਤੁਹਾਡੇ ਪਿਤਾ ਜੀ, ਉਹ ਵੀ ਕਾਲ ਚਲਾਣਾ ਕਰ ਗਏ ਨੇ। ਕਤੰਚ ਬੰਤਾ ਬਨੋਦ ਸੁਤਾ ਹੈ, ਕਿੱਥੇ ਹਨ ਬੰਤਾ ਧਰਮ ਪਤਨੀ, ਤੁਹਾਡੇ ਘਰ ਵਾਲੀ, ਤੇ ਸੁਤਾ ਹੈ ਕਿੱਥੇ ਨੇ ਤੁਹਾਡੇ ਪੁੱਤਰ, ਉਹ ਵੀ ਚਲੇ ਜਾਂਦੇ ਨੇ। ਕਈਆਂ ਦੇ ਜੀਵਨ ਸਾਥੀ ਵਿਛੜ ਜਾਂਦੇ ਨੇ, ਕਈ ਵਾਰੀ ਕਈਆਂ ਦੇ ਪੁੱਤ ਵੀ ਚਲੇ ਜਾਂਦੇ ਨੇ। ਇਹ ਕਿੱਥੇ ਨੇ? ਇਹ ਸਾਰੇ ਨਾਸਵੰਤ ਨੇ। ਕਤੰਚ ਦਾ ਅਰਥ ਕਿੱਥੇ ਨੇ ਚਾ ਪੁਨਾ, ਇਹ ਮੁੱਖ ਅਰਥ ਸਮਝਣਾ। ਬਾਕੀ ਵਿਦਵਾਨਾਂ ਨੇ ਕਤੰਚ ਦੇ ਅਰਥ ਹੋਰ ਢੰਗ ਦੇ ਨਾਲ ਵੀ ਕੀਤੇ ਹਨ। ਕਤੰਚ ਦਾ ਅਰਥ ਕੌਣ ਹੈ ਮਾਤਾ, ਕੌਣ ਹੈ ਪਿਤਾ, ਤੇ ਕੌਣ ਹੈ ਬੰਤਾ ਇਸਤਰੀ, ਕੌਣ ਕਿਸੇ ਦਾ ਪੁੱਤਰ ਹੈ। ਇਹ ਸਾਰੇ ਸੰਬੰਧ ਝੂਠੇ ਨੇ। ਕਤੰਚ ਦਾ ਅਰਥ ਕੌਣ ਵੀ ਕੀਤਾ ਹੈ। ਤੇ ਕਤੰਚ ਦਾ ਅਰਥ ਕਦੋਂ ਤੋਂ ਤੁਹਾਡੇ ਮਾਤਾ ਪਿਤਾ, ਤੁਹਾਡੇ ਮਾਤਾ ਬਣੇ, ਤੁਹਾਡੇ ਪਿਤਾ ਬਣੇ। ਭਾਵ ਮਾਤਾ ਪਿਤਾ ਦਾ ਸੰਬੰਧ ਸਾਡੇ ਜਨਮ ਦੇ ਨਾਲ ਹੀ ਹੁੰਦਾ। ਜਦੋਂ ਵਿਆਹ ਹੁੰਦੇ ਨੇ, ਵਿਆਹ ਤੋਂ ਬਾਅਦ ਕੋਈ ਬੱਚਾ ਜਨਮ ਲੈਂਦਾ ਹੈ, ਬੱਚੇ ਦੇ ਜਨਮ ਦੇ ਨਾਲ ਹੀ ਮਾਤਾ ਪਿਤਾ ਬਣਦੇ ਨੇ। ਪਹਿਲਾਂ ਤੇ ਸਧਾਰਨ ਇਸਤਰੀ ਪੁਰਸ਼ ਹੀ ਹੁੰਦੇ ਨੇ। ਜਦੋਂ ਪੁੱਤਰ ਧੀ ਪੁੱਤ ਪੈਦਾ ਹੁੰਦਾ ਹੈ, ਫਿਰ ਹੀ ਪਿਤਾ ਦਾ ਤੇ ਮਾਤਾ ਦਾ ਦਰਜਾ ਉਹਨਾਂ ਨੂੰ ਪ੍ਰਾਪਤ ਹੁੰਦਾ। ਇਹ ਸਾਰੇ ਸੰਬੰਧ ਝੂਠੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਦੋਂ ਤੋਂ ਮਾਤਾ ਪਿਤਾ ਦੇ ਸੰਬੰਧ ਨੇ ਸਾਡੇ ਨਾਲ, ਕਦੋਂ ਦਾ ਪਤਨੀ ਤੇ ਪੁੱਤਰਾਂ ਦਾ ਸੰਬੰਧ ਹੈ। ਭਾਵ ਇਹ ਜਿੰਨੇ ਸੰਬੰਧ ਨੇ, ਜਿੰਨੇ ਰਿਸ਼ਤੇ ਨੇ, ਇਹ ਸਾਰੇ ਦੇ ਸਾਰੇ ਵਕਤੀ ਨੇ, ਖਿਨ ਭੰਗਰ ਨੇ ਤੇ ਨਾਸਵੰਤ ਨੇ। ਇਸ ਲਈ ਬਹੁਤਾ ਸਾਨੂੰ ਮੋਹ ਗ੍ਰਸਤ ਨਹੀਂ ਹੋਣਾ ਚਾਹੀਦਾ। ਅਥਵਾ ਕਤੰਚ ਮਾਤਾ, ਮਾਤਾ ਕੀ ਚੀਜ਼ ਹੈ, ਭਾਵ ਉਹਦਾ ਵੀ ਸਰੀਰ ਨਾਸਵੰਤ ਹੈ। ਕਤੰਚ ਪਿਤਾ, ਪਿਤਾ ਕੀ ਚੀਜ਼ ਹੈ, ਉਹਦਾ ਵੀ ਸਰੀਰ ਨਾਸਵੰਤ ਹੀ ਹੈ। ਮਾਤਾ ਪਿਤਾ ਵੀ ਚਲੇ ਜਾਂਦੇ ਨੇ। ਕਤੰਚ ਬੰਤਾ ਬਨੋਦ ਸੁਤਾ ਹੈ, ਤੇ ਬੰਤਾ ਇਸਤਰੀ ਸੁਤਾ ਪੁੱਤਰ, ਉਹ ਵੀ ਨਾਸਵੰਤ ਨੇ। ਉਹ ਵੀ ਕੀ ਚੀਜ਼ ਨੇ, ਭਾਵ ਸਾਡੀ ਲਾਈਫ ਦੇ ਵਿੱਚ ਇਹ ਜਿਹੜੇ ਜਿੰਨੇ ਰਿਸ਼ਤੇ ਨੇ ਮਾਤਾ ਪਿਤਾ ਦੇ ਅਥਵਾ ਪਤੀ ਪਤਨੀ ਦੇ, ਪਿਤਾ ਪੁੱਤਰ ਦੇ, ਇਹ ਸਾਰੇ ਦੇ ਸਾਰੇ ਨਾਸਵੰਤ ਨੇ, ਵਕਤੀ ਹੁੰਦੇ ਨੇ। ਇਸ ਲਈ ਇਹਨਾਂ ਨੂੰ ਵਕਤੀ ਸਮਝ ਕੇ ਤੇ ਵਾਹਿਗੁਰੂ ਦਾ ਭਾਣਾ ਮੰਨਣਾ ਚਾਹੀਦਾ। ਫਿਰ ਹੀ ਸਾਡੇ ਮਨ ਦੇ ਵਿੱਚੋਂ ਸੋਗ ਦੀ ਭਾਵਨਾ ਮਿਟ ਸਕਦੀ ਹੈ। ਕਤੰਚ ਭਰਾਤ ਮੀਤ ਹਿਤ ਬੰਧਵ, ਕਤੰਚ ਮੋਹ ਕੁਟੰਬਿ ਤੇ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੇ ਤੁਹਾਡੇ ਭਰਾ ਨੇ ਕਤੰਚ, ਉਹ ਕਿੱਥੇ ਨੇ? ਭਰਾ ਵੀ ਸਾਥ ਛੱਡ ਕੇ ਚਲੇ ਹੀ ਜਾਂਦੇ ਨੇ। ਕਤੰਚ ਭਰਾਤ ਮੀਤ ਹਿਤ ਬੰਧਵ। ਮੀਤ ਦਾ ਅਰਥ ਜਿਹੜੇ ਸਾਡੇ ਮਿੱਤਰ ਦੋਸਤ ਨੇ। ਹਿਤ ਦਾ ਅਰਥ ਜਿਹੜੇ ਹੋਰ ਸਾਡੇ ਹਤੈਸ਼ੀ ਜਾਂ ਹਿਤੂ ਹਨ, ਪ੍ਰੇਮੀ ਹਨ, ਪ੍ਰੇਮ ਕਰਨ ਵਾਲੇ। ਬੰਧਵ ਦਾ ਅਰਥ ਹੈ ਸੰਬੰਧੀ। ਉਹ ਕਿੱਥੇ ਨੇ? ਉਹ ਕੌਣ ਨੇ? ਕਦੋਂ ਤੋਂ ਨੇ? ਉਹ ਕੀ ਚੀਜ਼ ਨੇ? ਸਾਰੇ ਨਾਸਵੰਤੀ ਨੇ। ਕਤੰਚ ਮੋਹ ਕੁਟੰਬੇ ਅਤੇ, ਜਿਹੜਾ ਕੁਟੰਬੇ ਅਤੇ ਦਾ ਅਰਥ ਹੈ ਜਿਹੜਾ ਪਰਿਵਾਰ ਦਾ ਮੋਹ ਹੈ। ਜਿਹੜਾ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਹੁੰਦਾ, ਬੱਚੇ ਨੇ, ਉਹਨਾਂ ਨੂੰ ਕੁਟੰਬ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਜਿਹੜਾ ਕੁਟੰਬ ਦਾ ਮੋਹ ਹੈ, ਉਹ ਕਿੱਥੇ ਦਾ ਹੈ? ਉਹ ਵੀ ਭਾਵ ਨਾਸਵੰਤ ਹੈ। ਕਤੰਚ ਚਪਲ ਮੋਹਨੀ ਰੂਪੰ,
ਪਿਕੰਤੇ ਤਿਆਗੰ ਕਰੋਤ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਜਿਹੜੀ ਮਨ ਨੂੰ ਮੋਹਿਤ ਕਰਨ ਵਾਲੀ ਚਪਲ ਚੰਚਲ ਮਾਇਆ ਹੈ, ਮਾਇਆ ਦੇ ਦੋ ਰੂਪ ਨੇ, ਜੜ ਤੇ ਚੇਤਨ। ਜੜ ਮਾਇਆ ਦੇ ਵਿੱਚ ਸੋਨਾ, ਚਾਂਦੀ, ਹੀਰੇ, ਜਵਾਹਰਾਤ, ਨੋਟ, ਸਿੱਕੇ, ਕਰੰਸੀ, ਇਹ ਕੁਝ ਆ ਜਾਂਦਾ ਹੈ। ਤੇ ਚੇਤਨ ਮਾਇਆ ਦੇ ਵਿੱਚ ਸਾਡਾ ਪਰਿਵਾਰ, ਰਿਸ਼ਤੇਦਾਰ, ਸਾਕ ਸੰਬੰਧੀ ਉਹ ਆ ਜਾਂਦੇ ਨੇ। ਹਜੂਰ ਕਹਿੰਦੇ ਕਤੰ ਚਪਲ ਮੋਹਣੀ ਰੂਪੰ, ਇਹ ਜਿਹੜੀ ਚੰਚਲ ਮੋਹਣੀ ਮਨ ਨੂੰ ਮੋਹਿਤ ਕਰਨ ਵਾਲੀ ਮਾਇਆ ਹੈ, ਇਹਦਾ ਰੂਪ ਵੀ ਕਤੰਚ ਕਿੱਥੇ ਰਹਿਣ ਵਾਲਾ ਹੈ, ਭਾਵ ਜੜ ਚੇਤਨ ਮਾਇਆ ਦਾ ਸਰੂਪ ਵੀ ਨਾਸਵੰਤੀ ਹੈ। ਪੇਖੰਤੇ ਤਿਆਗੰ ਕਰੋਤ, ਵੇਖਦਿਆਂ ਵੇਖਦਿਆਂ ਇਹ ਮਾਇਆ ਸਾਥ ਛੱਡ ਜਾਂਦੀ ਹੈ। ਜਿਉਂਦੇ ਜੀਵੀ ਕਈ ਵਾਰੀ ਆਦਮੀ ਜਿਹੜਾ ਕਰੋੜਪਤੀ ਹੁੰਦਾ ਹੈ, ਅਰਬਾਂ ਪਤੀ ਹੁੰਦਾ ਹੈ, ਕੱਖ ਤੋਂ ਹੌਲਾ ਹੋ ਜਾਂਦਾ ਹੈ, ਸਭ ਕੁਝ ਚਲਿਆ ਜਾਂਦਾ ਹੈ। ਕਾਰੂ ਬਾਦਸ਼ਾਹ ਨੇ 40 ਗੰਜ ਜੋੜੇ ਸਨ, ਇਹ ਕੇਸਰੀ ਨੇ ਸੰਨ ਲਾ ਕੇ ਸਾਰਾ ਖਜ਼ਾਨਾ ਲੁੱਟ ਲਿਆ ਸੀ। ਫਿਰ ਤਾਹਾਂ ਮਾਰ ਮਾਰ ਕੇ ਰੋਇਆ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਕਾਰੂ ਬਾਦਸ਼ਾਹ ਦੇ ਪਰਥਾਈ ਆਖਿਆ ਸੀ, ਨਸੀਹਤਨਾਮੇ ਦੇ ਵਿੱਚ ਬਚਨ ਹਨ, 40 ਗੰਜ ਜੋੜੇ ਨਾ ਰਾਖਿਓ ਈਮਾਨ, ਦੇਖੋ ਰੇ ਲੋਗੋ ਕਾਰੂ ਹੋਤਾ ਪਰੇਸ਼ਾਨ। ਜਦੋਂ ਉਸ ਦਾ ਖਜ਼ਾਨਾ ਲੁੱਟਿਆ ਗਿਆ ਫਿਰ ਉਹਨੂੰ ਵੀ ਰੋਣਾ ਪਿਆ। ਇਸੇ ਲਈ ਹਜੂਰ ਕਹਿੰਦੇ ਜਿਹੜੀ ਚੰਚਲ ਤੇ ਮਨ ਨੂੰ ਮੋਹਿਤ ਕਰਨ ਵਾਲੀ ਮਾਇਆ ਹੈ, ਇਹਦਾ ਰੂਪ ਵੀ ਨਾਸਵੰਤ ਹੈ, ਤੇ ਦੇਖਦਿਆਂ ਦੇਖਦਿਆਂ ਹੀ ਇਹ ਮਾਇਆ ਸਾਥ ਛੱਡ ਦਿੰਦੀ ਹੈ। ਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਬਦਿਅੰਗ ਅਚੁੱਤ ਤਨ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਹਮੇਸ਼ਾ ਰਹਿਣ ਵਾਲੀ ਕਿਹੜੀ ਚੀਜ਼ ਹੈ? ਗਰੀਬ ਨਿਵਾਜ ਸਤਿਗੁਰੂ ਕਹਿੰਦੇ ਨੇ, ਰਚੰਤ ਰਹੰਤ ਸੰਗ ਭਗਵਾਨ ਸਿਮਰਨ, ਜਿਹੜਾ ਵਾਹਿਗੁਰੂ ਦਾ ਸਿਮਰਨ ਹੈ ਉਹ ਹਮੇਸ਼ਾ ਸਾਡੇ ਨਾਲ ਰਹਿੰਦਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਹੋਰ ਕੋਈ ਸਾਡੇ ਨਾਲ ਨਹੀਂ ਨਾ ਹੁੰਦਾ, ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੀਂ, ਉਥੇ ਤੇਰੀ ਰਖ ਅਗਨੀ ਉਦਰ ਮਾਹੇ, ਸੁਣ ਕੇ ਜਮ ਕੇ ਦੂਤ ਨਾਹੀਂ ਤੇਰੇ ਛੱਡ ਜਾਏ। ਉਥੇ ਵਾਹਿਗੁਰੂ ਦਾ ਸਿਮਰਨ ਸਾਡੇ ਨਾਲ ਹੁੰਦਾ। ਇਸੇ ਲਈ ਹਾਜੂਰ ਕਹਿੰਦੇ ਨੇ ਵੀ ਵਾਹਿਗੁਰੂ ਦਾ ਸਿਮਰਨ ਉਹ ਸਾਡੇ ਨਾਲ ਹਮੇਸ਼ਾ ਰਹਿਣ ਵਾਲਾ ਹੈ। ਉਹ ਮਿਲਦਾ ਕਿੱਥੋਂ ਹੈ? ਨਾਨਕ ਲਬਦਿਅੰ ਅਚੁੱਤ ਤਨ ਹੈ। ਅਚੁੱਤ ਦਾ ਅਰਥ ਹੈ ਅਗੜ ਸਰੂਪ ਵਾਹਿਗੁਰੂ ਪਰਮੇਸ਼ਰ, ਜਿਹੜਾ ਕਦੀ ਨਾਸ ਨਹੀਂ ਹੁੰਦਾ। ਤਨ ਹੈ ਜਿਹੜੇ ਉਸ ਦੇ ਪੁੱਤਰ ਨੇ। ਰੱਬ ਦੇ ਪੁੱਤਰ ਕੌਣ ਹੁੰਦੇ ਨੇ? ਸਫਲ ਜਨਮ ਹਰ ਜਨ ਕਾ ਉਪਜਿਆ, ਜਨ ਕੀਨੋ ਸੌਤ ਵਿਦਾਤਾ। ਜਿਹੜੇ ਰੱਬ ਦੇ ਪਿਆਰੇ ਮਹਾਂਪੁਰਖ ਨੇ, ਸੰਤ ਭਗਤ ਗੁਰਸਿੱਖ, ਉਹ ਰੱਬ ਦੇ ਪੁੱਤਰ ਨੇ। ਜੇ ਤੁਸੀਂ ਰੱਬ ਦਾ ਸਿਮਰਨ ਪ੍ਰਾਪਤ ਕਰਨਾ ਹੈ ਤੇ ਫਿਰ ਉਹਨਾਂ ਦੇ ਪਾਸੋਂ ਲੱਭਦਾ ਹੈ। ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਭਰਾਤ ਬਾਂਧਵਹਿ। ਫਿਰ ਸ਼ੋਕ ਮੋਹ ਦੀ ਨਿਵਰਤੀ ਵਾਸਤੇ ਉਪਦੇਸ਼ ਦਿੰਦੇ ਨੇ। ਤ੍ਰਿਗੰਤ ਮਾਤ ਪਿਤਾ ਸਨੇਹੰ, ਕਹਿੰਦੇ ਮਾਤਾ ਪਿਤਾ ਦੇ ਬੜੇ ਪਰਉਪਕਾਰ ਨੇ, ਉਹਨਾਂ ਦੇ ਨਾਲ ਮੋਹ ਕਰਨਾ ਕੋਈ ਮਾੜੀ ਗੱਲ ਤੇ ਨਹੀਂ ਹੈ। ਹਾਜੂਰ ਕਹਿੰਦੇ ਮਾੜੀ ਗੱਲ ਤਾਂ ਨਹੀਂ, ਪਰ ਜਿੰਨਾ ਮੋਹ ਕਰੋਗੇ ਵਿਛੋੜੇ ਸਮੇਂ ਉਹਨਾਂ ਦੁੱਖ ਵੀ ਤੇ ਤੁਹਾਨੂੰ ਝੱਲਣਾ ਪੈਣਾ। ਇਸੇ ਲਈ ਹਾਜੂਰ ਕਹਿੰਦੇ ਨੇ ਤ੍ਰਿਗੰਤ ਮਾਤ ਪਿਤਾ ਸਨੇਹ, ਮਾਤਾ ਪਿਤਾ ਦੇ ਨਾਲ ਬਹੁਤਾ ਸਨੇਹ ਕਰਨਾ ਇਹ ਤਰਕਾਰ ਯੋਗ ਹੈ, ਭਾਵ ਨਿੰਦਣ ਯੋਗ ਹੈ। ਤ੍ਰਿਗ ਸਨੇਹੰ ਪ੍ਰਾਤ ਬਾਂਧਵ ਹੈ, ਭਰਾਵਾਂ ਤੇ ਸੰਬੰਧੀਆਂ ਦੇ ਨਾਲ ਵੀ ਬਹੁਤਾ ਸਨੇਹ ਕਰਨਾ ਉਹ ਵੀ ਨਿੰਦਣ ਯੋਗ ਹੈ, ਉਹ ਵੀ ਤਰਕਾਰ ਯੋਗ ਹੈ। ਕਿਉਂ? ਮਾਤਾ ਪਿਤਾ ਦਾ ਮੋਹ ਵੀ, ਭਰਾਵਾਂ ਤੇ ਸੰਬੰਧੀਆਂ ਦਾ ਮੋਹ ਵੀ ਸਾਨੂੰ ਜਨਮ ਮਰਨ ਦੇ ਗੇੜ ਵਿੱਚ ਪਾਈ ਰੱਖਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਮੋਹ ਹੈ ਇਹ ਤਰਕਾਰ ਯੋਗ ਹੈ, ਨਿੰਦਣ ਯੋਗ ਹੈ, ਤਿਆਗਣ ਯੋਗ ਹੈ। ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ ਵੀ ਤ੍ਰਿਗੰਤ ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤ ਹੈ। ਤ੍ਰਿਗ ਸਨੇਹ ਬਨਤਾ ਬਿਲਾਸ ਸੁਤ ਹੈ। ਬਨਤਾ ਇਸਤਰੀ, ਸੁਤਾ ਪੁੱਤਰ, ਜਿਹੜੇ ਇਹਨਾਂ ਦੇ ਬਿਲਾਸ ਨੇ, ਚੋਜ ਨੇ। ਇਹਨਾਂ ਆਪਾਂ ਇਸਤਰੀ ਪੁੱਤਰਾਂ ਦੇ ਨਾਲ ਮਿਲ ਕੇ ਜਿਹੜੇ ਹੱਸਦੇ ਖੇਡਦੇ ਆ, ਹਾਜੂਰ ਕਹਿੰਦੇ ਇਹਨਾਂ ਦਾ ਮੋਹ ਵੀ ਤਰਕਾਰ ਯੋਗ ਹੈ, ਨਿੰਦਣ ਯੋਗ ਹੈ। ਕਿਉਂ?
ਇਹਨਾਂ ਨੇ ਵੀ ਇੱਕ ਦਿਨ ਤੇ ਜਾਣਾ ਹੀ ਜਾਣਾ ਹੁੰਦਾ ਹੈ। ਮਾਤਾ ਪਿਤਾ ਵੀ ਚਲੇ ਗਏ ਨੇ, ਭਰਾ ਸੰਬੰਧੀਆਂ ਨੇ ਵੀ ਤੁਰ ਜਾਣਾ ਹੈ, ਘਰਵਾਲੀ ਨੇ ਵੀ ਪੁੱਤਰਾਂ ਨੂੰ ਵੀ ਚਲੇ ਜਾਣਾ ਹੈ। ਤੇ ਜਿੰਨਾ ਆਪਾਂ ਮੋਹ ਕਰਾਂਗੇ ਉਨਾ ਹੀ ਦੁੱਖ ਵਿਛੋੜੇ ਸਮੇਂ ਵਧੇਰੇ ਹੁੰਦਾ ਹੈ। ਇਸੇ ਲਈ ਇਹਨਾਂ ਦਾ ਮੋਹ ਤਰਕਾਰ ਯੋਗ ਹੈ, ਨਿੰਦਣ ਯੋਗ ਹੈ। ਇਹਨਾਂ ਦਾ ਮੋਹ ਤਿਆਗਣ ਯੋਗ ਹੈ। ਤਿਰਕ ਸਨੇਹ ਗਿਰਹਾਰਥ ਕਹੈ। ਜਿਹੜਾ ਗਿਰਹਾਰਥ ਦਾ ਅਰਥ ਹੈ ਜਿਹੜੇ ਘਰ ਦੇ ਪਦਾਰਥ ਨੇ, ਘਰ ਦਾ ਸਾਜੋ ਸਾਮਾਨ ਹੈ। ਹੁਣ ਸਾਡੇ ਘਰਾਂ ਦੇ ਵਿੱਚ ਲੋੜ ਵਾਸਤੇ ਸਾਜੋ ਸਾਮਾਨ ਜਮ੍ਹਾਂ ਕੀਤੇ ਹੁੰਦੇ ਨੇ, ਉਹਨਾਂ ਦੇ ਨਾਲ ਵੀ ਮੋਹ ਹੁੰਦਾ ਹੈ। ਜਿਵੇਂ ਗੱਡੀਆਂ ਨੇ, ਏਅਰ ਕੰਡੀਸ਼ਨ ਨੇ, ਕੂਲਰ ਨੇ, ਹੋਰ ਚੀਜ਼ਾਂ ਨੇ ਵਰਤਣ ਵਾਲੀਆਂ, ਇਹਨਾਂ ਦਾ ਮੋਹ ਕਰਨਾ ਵੀ ਤਰਕਾਰ ਯੋਗ ਹੈ, ਇਹ ਵੀ ਨਿੰਦਨ ਯੋਗ ਹੈ। ਸਾਧ ਸੰਗ ਸਨੇਹ ਸਤਯੰ ਸੁਖਯੰ ਬਸੰਤ ਨਾਨਕ ਹੈ। ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ ਸਾਧ ਸੰਗ ਸਨੇਹ ਸਤਯੰ, ਜਿਹੜਾ ਸਾਧ ਸੰਗਤ ਦਾ ਪ੍ਰੇਮ ਹੈ ਇਹ ਹਮੇਸ਼ਾ ਲਈ ਨਾਲ ਨਿਭਣ ਵਾਲਾ ਹੈ, ਇਹ ਸदैवी ਹੈ, ਇਹ ਸੱਚਾ ਹੈ। ਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਇੱਕ ਬੜਾ ਸੁੰਦਰ ਬਚਨ ਉਚਾਰਨ ਕੀਤਾ ਹੈ। ਨਾਨਕ ਕਚੜਿਆਂ ਸੋਂ ਤੋੜ ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜਾ ਹੈ, ਓਏ ਮੋਇਆ ਨਾ ਜਾਹੀਂ ਛੋੜ। ਵੀ ਜਿਹੜੇ ਰੱਬ ਦੇ ਪਿਆਰੇ ਨੇ ਉਹ ਹਮੇਸ਼ਾ ਲਈ ਸਾਡੇ ਨਾਲ ਨਿਭਦੇ ਨੇ। ਇਸ ਵਾਸਤੇ ਸਾਨੂੰ ਮਹਾਂਪੁਰਖਾਂ ਦੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਉਹ ਮਰਨ ਤੋਂ ਬਾਅਦ ਵੀ ਸਾਡੇ ਨਾਲ ਨਿਭਦੇ ਨੇ। ਜਿਵੇਂ ਭਾਈ ਪ੍ਰਾਣਾ ਜੀ ਦੀ ਸਾਖੀ ਆਉਂਦੀ ਹੈ, ਇੱਕ ਪਟਵਾਰੀ ਬਿਮਾਰ ਹੋਇਆ ਤੇ ਉਹਨਾਂ ਨੇ ਉਹਨਾਂ ਦੀ ਮਦਦ ਕੀਤੀ, ਉਹਦੇ ਘਰ ਛੱਡ ਕੇ ਆਏ। ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਇਸਨੇ ਹੁਣ ਛੇਤੀ ਚੜ੍ਹਾਈ ਕਰ ਜਾਣੀ। ਉਸ ਪਟਵਾਰੀ ਨੂੰ ਕਹਿਣ ਲੱਗੇ, ਗੁਰਮੁਖਾ ਤੇਰੇ ਥੋੜ੍ਹੇ ਦਿਨ ਹੀ ਬਾਕੀ ਰਹਿ ਗਏ ਨੇ, ਜੇ ਤੂੰ ਆਪਣੀ ਜ਼ਿੰਦਗੀ ਸਫਲ ਕਰਨੀ ਚਾਹੁੰਦਾ ਹੈ ਫਿਰ ਵਾਹਿਗੁਰੂ ਦਾ ਨਾਮ ਜਪਿਆ ਕਰ, ਭਜਨ ਕਰਿਆ ਕਰ। ਇਹ ਡਰ ਗਿਆ, ਕਹਿਣ ਲੱਗਾ ਮਹਾਰਾਜ ਅੱਛਾ ਮੈਂ ਬਹੁਤੀ ਦੇਰ ਨਹੀਂ ਰਹਿ ਸਕਦਾ। ਕਹਿੰਦੇ ਨਹੀਂ, ਇਸੇ ਲਈ ਫਿਰ ਉਹ ਕਹਿਣ ਲੱਗਾ ਮਹਾਰਾਜ ਫਿਰ ਹੁਣ ਅੱਗੇ ਜਾ ਕੇ ਮੇਰਾ ਹਸ਼ਰ ਕੀ ਹੋਵੇਗਾ। ਉਹ ਕਹਿਣ ਲੱਗੇ ਤੂੰ ਹੁਣ ਸਾਡੀ ਸੰਗਤ ਕਰ ਲਈ ਹੈ, ਬਾਣੀ ਸੁਣੀ ਆ, ਸੁਖਮਨੀ ਸਾਹਿਬ ਜੀ ਦਾ ਪਾਠ ਸੁਣਿਆ, ਹੁਣ ਤੂੰ ਸਿਮਰਨ ਕਰ। ਇਹ ਬਾਣੀ ਤੇ ਨਾਮ ਨੇ ਤੇਰੀ ਅੱਗੇ ਸਹਾਇਤਾ ਕਰਨੀ ਹੈ। 7 ਦਿਨ ਮੌਤ ਹੋ ਜਾਂਦੀ ਹੈ, ਅੱਗੇ ਪ੍ਰਲੋਕ ਵਿੱਚ ਚਲਿਆ ਜਾਂਦਾ ਹੈ। ਧਰਮਰਾਜ ਇਸ ਨੂੰ ਗੁਰਪੁਰੀ ਵਿੱਚ ਭੇਜ ਦਿੰਦਾ ਹੈ। ਉੱਥੇ ਭਾਈ ਪ੍ਰਾਣਾ ਜੀ ਦੇ ਦਰਸ਼ਨ ਹੁੰਦੇ ਨੇ ਤੇ ਜਦੋਂ ਭਾਈ ਪ੍ਰਾਣਾ ਜੀ ਦੇ ਦਰਸ਼ਨ ਕਰਦਾ ਹੈ ਤੇ ਜਾ ਕੇ ਕਹਿੰਦਾ ਮਹਾਰਾਜ ਮੈਨੂੰ ਕੁਝ ਸਮੇਂ ਲਈ ਇੱਥੇ ਭੇਜਿਆ ਗਿਆ ਹੈ, ਹੁਣ ਦੱਸੋ ਮੈਂ ਕੀ ਕਰਾਂ। ਉਹ ਕਹਿਣ ਲੱਗੇ ਗੁਰਮੁਖਾ ਜਿੱਥੇ ਆਉਣਾ ਸੀ ਆ ਗਿਆ, ਹੁਣ ਡਰਨ ਦੀ ਲੋੜ ਨਹੀਂ, ਹੁਣ ਇੱਥੋਂ ਤੈਨੂੰ ਕੋਈ ਲਿਜਾ ਨਹੀਂ ਸਕਦਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਾ ਛੁਟਹਿ ਨਿਕਟ ਨਾ ਜਾਈਓ ਦੂਤ। ਫਿਰ ਕੋਈ ਤੇਰੇ ਨੇੜੇ ਨਹੀਂ ਆ ਸਕਦਾ। ਇਉਂ ਭਾਈ ਪ੍ਰਾਣਾ ਜੀ ਨੇ ਪ੍ਰਲੋਕ ਵਿੱਚ ਵੀ ਉਸ ਪਟਵਾਰੀ ਦੀ ਸਹਾਇਤਾ ਕੀਤੀ ਸੀ। ਤੇ ਭਾਈ ਇਹ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਹੜੇ ਇਹਨਾਂ ਦੇ ਪ੍ਰੇਮੀ ਸਨ, ਉਹਨਾਂ ਦੀ ਵੀ ਉਹਨਾਂ ਨੇ ਅੰਤ ਸਮੇਂ ਸਹਾਇਤਾ ਕੀਤੀ। ਮਹਾਂਪੁਰਖ ਪੂਰਨ ਮਹਾਂਪੁਰਖ ਉਹ ਸਾਡੀ ਪ੍ਰਲੋਕ ਵਿੱਚ ਵੀ ਸਹਾਇਤਾ ਕਰ ਸਕਦੇ ਨੇ। ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਨੇ ਵੀ ਕੋਈ ਪ੍ਰੇਮੀ ਸੀ, ਉਹਨੇ ਉਹਨਾਂ ਤੋਂ ਅੰਮ੍ਰਿਤ ਪਾਨ ਕੀਤਾ। ਬਿਜਲੀ ਦੇ ਕਰੰਟ ਦੇ ਨਾਲ ਇੱਕ ਵਾਰੀ ਉਹਦੀ ਵੀ ਡੈਥ ਹੋ ਗਈ ਸੀ, ਪਰ ਦੁਬਾਰਾ ਫਿਰ ਜੀਵਤ ਹੋਇਆ। ਉਹਨੇ ਵੀ ਆਖਿਆ ਮੈਨੂੰ ਮਹਾਂਪੁਰਖਾਂ ਨੇ ਉਸ ਵੇਲੇ ਆ ਕੇ ਬਚਾਇਆ ਸੀ, ਨੇ ਮੈਨੂੰ ਵੀ ਅਵਗਤ ਰੂਹਾਂ ਲੈ ਕੇ ਜਾ ਸਕਦੀਆਂ ਸਨ। ਇਹ ਹੈ ਮਹਾਂਪੁਰਖਾਂ ਦਾ ਪ੍ਰੇਮ। ਸਾਧ ਸੰਗ ਸਨੇਹ ਸਤਿ, ਗੁਰਮੁਖਾਂ ਦੀ ਸੰਗਤ ਦਾ ਪ੍ਰੇਮ ਕਰੋ, ਉਹ ਨਾਲ ਨਿਭਣ ਵਾਲਾ ਹੈ। ਸੁਖੀਅੰਗ ਬਸੰਤ ਨਾਨਕ ਹੈ। ਹਾਜੂਰ ਕਹਿੰਦੇ ਨੇ ਜਿਹੜਾ ਮਹਾਂਪੁਰਖਾਂ ਦੇ ਨਾਲ ਪ੍ਰੇਮ ਕਰਦਾ ਹੈ ਤੇ ਉਹ ਭਾਈ ਸੁਖ ਦੇ ਵਿੱਚ ਨਿਵਾਸ ਕਰਦਾ ਹੈ। ਮਿਥਯੰਤ ਦੇਹੰ ਖਿਣੰਤ ਬਲਨੰ, ਜਿਸ ਦੇਹ ਦਾ ਅਸੀਂ ਮੋਹ ਕਰਦੇ ਹਾਂ, ਅਧਿਆਸ ਕਰਦੇ ਹਾਂ ਜਾਂ ਹੰਕਾਰ ਵੀ ਕਰਦੇ ਹਾਂ, ਮਿਥਯੰਤ ਇਹ ਵੀ ਨਾਸਵੰਤ ਹੈ। ਖੀਨੰਤ ਬਲਨੰ ਜਿਹੜਾ ਸਰੀਰ ਦਾ ਬਲ ਹੈ, ਇਹਦੀ ਤਾਕਤ ਹੈ, ਇਹਦੀ ਸ਼ਕਤੀ ਹੈ, ਉਹ ਵੀ ਉਮਰ ਦੇ ਲਿਹਾਜ਼ ਦੇ ਨਾਲ ਘਟਦੀ ਜਾਂਦੀ ਹੈ। ਜਿਵੇਂ ਕਿ ਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਸੰਕੇਤ ਦਿੱਤਾ ਹੈ 40 ਸੀ ਪੁਰ ਹੋਏ
85 ਪੱਖ ਹਿੱਸੈ 60 ਕੇ ਬੁਢੇਪਾ ਆਵੇ। 40 ਸਾਲ ਤੱਕ ਦੀ ਉਮਰ ਦੇ ਵਿੱਚ ਸਾਡੇ ਸਰੀਰ ਦੇ ਸਾਰੇ ਤੱਤ ਸੰਪੂਰਨ ਹੁੰਦੇ ਨੇ। ਉਸ ਤੋਂ ਬਾਅਦ ਸਾਡੀ ਸ਼ਕਤੀ ਘਟਣੀ ਸ਼ੁਰੂ ਹੋ ਜਾਂਦੀ ਹੈ। ਇਸੇ ਲਈ ਹਜੂਰ ਕਹਿੰਦੇ ਨੇ ਸਾਡਾ ਸਰੀਰ ਵੀ ਨਾਸਵੰਤ ਹੈ, ਇਹਦਾ ਬਲ ਵੀ ਹਮੇਸ਼ਾ ਲਈ ਘਟਦਾ ਰਹਿੰਦਾ ਹੈ। ਬਰਦੰਤ ਜਰੂਆ ਹੈ ਤਿਅੰਤ ਮਾਇਆ। ਗਰੀਬ ਨਿਵਾਸ ਸਤਿਗੁਰੂ ਜੀ ਫਰਮਾਉਂਦੇ ਹਨ, ਜਰੂਆ ਦਾ ਅਰਥ ਹੈ ਬੁਢੇਪਾ। ਬਰਦੰਤ ਜਿਵੇਂ ਜਿਵੇਂ ਵੱਧਦਾ ਜਾਂਦਾ ਹੈ, ਹਿਤਯੰਤ ਮਾਇਆ, ਤੇ ਉਹਨਾਂ ਮਾਇਆ ਦਾ ਹਿਤ ਪ੍ਰੇਮ ਸਾਡੇ ਅੰਦਰ ਵੱਧਦਾ ਜਾਂਦਾ ਹੈ। ਜਿਵੇਂ ਜਿਵੇਂ ਉਮਰ ਵਡੇਰੀ ਹੁੰਦੀ ਹੈ, ਮਾਇਆ ਦਾ ਮੋਹ, ਪਰਿਵਾਰ ਦਾ ਮੋਹ, ਘਰ ਦਾ ਮੋਹ ਸਾਡੇ ਅੰਦਰ ਵੱਧਦਾ ਜਾਂਦਾ ਹੈ। ਹਾਂ, ਜਦੋਂ ਵਾਹਿਗੁਰੂ ਦੀ ਕਿਰਪਾ ਹੋਵੇ ਫਿਰ ਹੀ ਇਸ ਮੋਹ ਤੋਂ ਬਚਿਆ ਜਾ ਸਕਦਾ ਹੈ। ਅਤਿਅੰਤ ਆਸਾ ਅਥਿਤ ਭਵਨੰ। ਗਰੀਬ ਨਿਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਜਿਹੜਾ ਸੰਸਾਰ ਦਾ ਵਸੇਬਾ ਹੈ, ਆਥਿਤ ਭਵਨੰ, ਇਹ ਤੇ ਇੱਥੇ ਜਿਵੇਂ ਕੋਈ ਮੁਸਾਫਰਖਾਨਾ ਹੁੰਦਾ ਹੈ ਜਾਂ ਕੋਈ ਧਰਮਸ਼ਾਲਾ ਹੁੰਦੀ ਹੈ ਤੇ ਜਾਂ ਕੋਈ ਯਾਤਰੀ ਨਿਵਾਸ ਹੁੰਦਾ ਹੈ, ਉਹਦੇ ਵਾਂਗ ਹੈ। ਕੋਈ ਯਾਤਰੀ ਆਉਂਦਾ ਹੈ, ਉਹ ਰਹਿਣ ਬਸੇਰਾ ਕਰਕੇ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਸੰਸਾਰ ਵਿੱਚ ਇਹਨਾਂ ਘਰਾਂ ਵਿੱਚ ਆਏ ਹਾਂ ਤੇ ਇਹਨਾਂ ਨੂੰ ਛੱਡ ਕੇ ਜਾਣਾ ਪੈਂਦਾ ਹੈ। ਅਤਿਅੰਤ ਆਸਾ, ਪਰ ਅਸੀਂ ਇਹਨਾਂ ਘਰਾਂ ਦੇ ਵਿੱਚ ਰਹਿਣ ਦੀ ਬਹੁਤ ਹੀ ਲੰਬੀ ਆਸਾ ਇੱਛਾ ਰੱਖਦੇ ਹਾਂ, ਬਈ ਇਹਨਾਂ ਘਰਾਂ ਦੇ ਵਿੱਚ ਹਮੇਸ਼ਾ ਅਸੀਂ ਰਹੀਏ, ਇੱਥੇ ਮੌਜਾਂ ਮਾਣੀਏ। ਜਿੰਨੀਆਂ ਸੁੱਖ ਸਹੂਲਤਾਂ ਅਸੀਂ ਜੀਵਨ ਦੇ ਵਿੱਚ ਬਣਾਉਣੇ ਆ, ਫਿਰ ਉਹਨਾਂ ਨੂੰ ਮਾਨਣ ਦਾ ਸਾਡੇ ਅੰਦਰ ਇੱਕ ਤੀਬਰ ਸੰਕਲਪ ਪੈਦਾ ਹੁੰਦਾ ਹੈ। ਇਸੇ ਲਈ ਅਸੀਂ ਜਿਵੇਂ ਜਿਵੇਂ ਸਰੀਰ ਦੀ ਉਮਰ ਵੱਧਦੀ ਹੈ, ਉਵੇਂ ਉਵੇਂ ਆਸ ਵੀ ਨਾਲ ਵੱਧਦੀ ਜਾਂਦੀ ਹੈ। ਅਤਿਅੰਤ ਆਸਾ ਅਥਿਤ ਭਵਨੰ, ਇਹ ਜਿਹੜਾ ਸਾਡਾ ਸੰਸਾਰ ਦਾ ਘਰ ਦਾ ਨਿਵਾਸ ਹੈ, ਇਹ ਤੇ ਇੱਕ ਮੁਸਾਫਰਖਾਨੇ ਵਾਂਗੂ ਹੈ, ਪਰ ਅਸੀਂ ਇਹਦੇ ਵਿੱਚ ਬਹੁਤਾ ਜੀਵਨ ਦੀ ਆਸਾ ਰੱਖੀ ਬੈਠੇ ਹਾਂ। ਗਣੰਤ ਸੁਆਸਾ ਭਿਆਨ ਧਰਮੰ। ਜਿਹੜਾ ਭਿਆਨ ਧਰਮ, ਭਿਆਨ ਦਾ ਅਰਥ ਹੈ ਡਰਾਉਣਾ, ਬੜਾ ਭਿਆਨਕ ਧਰਮ ਰਾਜ ਹੈ। ਗਣੰਤ ਸੁਆਸਾ, ਉਹ ਇਸ ਜੀਵ ਦੇ ਸੁਆਸਾਂ ਨੂੰ ਗਿਣਦਾ ਰਹਿੰਦਾ। ਕਿਉਂ? ਉਹਨੂੰ ਪਤਾ ਹੈ ਮਨ ਕਾਲੇ ਸਭ ਦਿਵਸ ਸਾਸਨਾ ਬੜਨ ਕਟਨ ਤਿਲ ਸਾਰ, ਅਸੀਂ ਮਰਨਾ ਲਿਖਾ ਕੇ ਆਏ ਹਾਂ। ਤੇ ਜਦੋਂ ਸਾਡੇ ਸਵਾਸ ਪੂਰੇ ਹੁੰਦੇ ਨੇ, ਉਸੇ ਵੇਲੇ ਧਰਮਰਾਜ ਜਮਦੂਤਾਂ ਨੂੰ ਭੇਜਦਾ, ਉਹ ਸਾਨੂੰ ਪਕੜ ਕੇ ਲੈ ਜਾਂਦੇ ਨੇ। ਇਸੇ ਲਈ ਹਜੂਰ ਕਹਿੰਦੇ ਨੇ, ਜਿਹੜਾ ਬੜਾ ਡਰਾਉਣਾ ਧਰਮਰਾਜ ਹੈ, ਉਹ ਸਾਡੇ ਸਵਾਸਾਂ ਨੂੰ ਗਿਣਦਾ ਰਹਿੰਦਾ ਹੈ। ਪਤੰਤ ਮੋਹ ਕੂਪ ਦੁਰਲਭ ਦੇਹੰ ਤਤ ਆਸਰਿਯੰ ਨਾਨਕ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਪਤੰਤ ਮੋਹ ਕੂਪ ਦੁਰਲਭ ਦੇਹੰ, ਇਹ ਦੇਹ ਹੈ ਤੇ ਬੜੀ ਦੁਰਲਭ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲੇ ਦੇਸ ਜਰੀਆ। 84 ਲੱਖ ਜੂਨਾਂ ਨੇ, ਸਾਰੀਆਂ ਜੂਨਾਂ ਭੋਗਣ ਤੋਂ ਬਾਅਦ ਇਹ ਸਾਨੂੰ ਮਨੁੱਖਾ ਦੀ ਪ੍ਰਾਪਤ ਹੁੰਦੀ ਹੈ। ਇਸ ਲਈ ਇਹਨੂੰ ਦੁਰਲਭ ਆਖਿਆ ਹੈ। ਇਸ ਮਨੁੱਖਾ ਦੇਹ ਦੇ ਵਿੱਚ ਹੀ ਅਸੀਂ ਭਗਤੀ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਕਰ ਸਕਦੇ ਹਾਂ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਪਹੁੰਚ ਸਕਦੇ ਹਾਂ। ਜੇ ਨਹੀਂ, ਫਿਰ 84 ਦਾ ਗੇੜ ਪੈ ਜਾਂਦਾ। ਇਸੇ ਲਈ ਹਜੂਰ ਕਹਿੰਦੇ ਨੇ, ਪਤੰਤ ਮੋਹ ਕੂਪ ਦੁਰਲਭ ਦੇ, ਇਹ ਜਿਹੜੀ ਦੁਰਲਭ ਦੇ ਸਾਨੂੰ ਪ੍ਰਾਪਤ ਹੋਈ ਹੈ, ਇਸ ਨੂੰ ਪ੍ਰਾਪਤ ਕਰਕੇ ਜੀਵ ਮਾਇਆ ਦੇ ਮੋਹ ਦੇ ਅੰਨੇ ਖੂਹ ਦੇ ਵਿੱਚ, ਪਤੰਤ ਦਾ ਅਰਥ ਡਿੱਗ ਰਿਹਾ ਹੈ। ਤਤ ਆਸਰਿੰਗ ਨਾਨਕ, ਜੇ ਇਸ ਮੋਹ ਤੋਂ ਬਚਣਾ ਚਾਹੁੰਦੇ ਹੋ, ਫਿਰ ਉਸ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਲਓ। ਗੋਬਿੰਦ 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 ਗੋਪਾਲ ਕਿਰਪਾ। ਗੋਬਿੰਦ ਜੋ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ, ਗੋਬਿੰਦ ਜੋ ਗੁਰਾਂ ਦੀ ਬਾਣੀ ਕਰਕੇ ਜਾਣਨ ਯੋਗ ਹੈ, ਅਥਵਾ ਗੋਬਿੰਦ ਜੋ ਗੋ ਪ੍ਰਿਥਵੀ ਦਾ ਬਿੰਦ ਰਖਵਾਲਾ ਹੈ, ਤੇ ਗੋਪਾਲ ਜੋ ਪ੍ਰਿਥਵੀ ਦਾ ਪਾਲਣਹਾਰ ਵਾਹਿਗੁਰੂ ਹੈ। ਜਦੋਂ ਅਸੀਂ ਉਹਦੇ ਚਰਨਾਂ ਦਾ ਓਟ ਆਸਰਾ ਲਵਾਂਗੇ, ਗੋਪਾਲ ਕਿਰਪਾ, ਫਿਰ ਵਾਹਿਗੁਰੂ ਸਾਡੇ ਤੇ ਮਿਹਰ ਕਰੇਗਾ। ਉਹਦੀ ਕਿਰਪਾ ਦੇ ਨਾਲ ਹੀ ਅਸੀਂ ਮੋਹ ਤੋਂ ਬਚ ਸਕਦੇ ਹਾਂ। ਕਾਚ ਕੋਟੰ ਰਚੰਤ ਤੋਯੰ ਲੇਪਨੰਗ ਰਕਤ ਚਰਮਣ ਹੈ। ਇਹ ਸਾਡਾ ਸਰੀਰ ਕੀ ਚੀਜ਼ ਹੈ? ਹਜੂਰ ਕਹਿੰਦੇ ਕਾਚ ਕੋਟੰ, ਇਹ ਤੇ ਕੱਚਾ ਕਿਲਾ ਹੈ।
ਕਿਵੇਂ ਬਣਿਆ? ਰਚੰਤ ਤੋਇੰ, ਵੀ ਇਹ ਤੋਇੰ ਦਾ ਅਰਥ ਹੈ ਪਾਣੀ ਤੋਂ ਬਣਿਆ। ਜਿਹੜੀ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਇਹ ਪਾਣੀ ਦਾ ਰੂਪ ਹੀ ਹੁੰਦੇ ਨੇ, ਤਰਲ ਹੁੰਦੇ ਨੇ। ਇਸੇ ਲਈ ਹਜੂਰ ਕਹਿੰਦੇ ਸਰੀਰ ਇੱਕ ਕੱਚਾ ਕਿਲਾ ਹੈ, ਇਹਨੂੰ ਮਿੱਟੀ ਦਾ ਕਿਲਾ ਸਮਝ ਲਵੋ। ਇਹ ਪਾਣੀ ਤੋਂ ਬਣਿਆ। ਜਿਵੇਂ ਮਿੱਟੀ ਤੇ ਪਾਣੀ ਰਲ ਕੇ ਕੱਚਾ ਕਿਲਾ ਬਣ ਜਾਂਦਾ ਹੈ, ਇਸੇ ਤਰ੍ਹਾਂ ਹਜੂਰ ਕਹਿੰਦੇ ਸਰੀਰ ਕੱਚਾ ਕਿਲਾ ਹੈ, ਪਾਣੀ ਦੇ ਸਹਿਯੋਗ ਦੇ ਨਾਲ ਬਣਿਆ ਹੈ। ਲੇਪਨੰ ਰਖਤ ਚਰਮਣ, ਰਕਤ ਲਹੂ ਤੇ ਚਰਮਣਾ ਦਾ ਅਰਥ ਹੈ ਚਮੜੀ ਦੇ ਨਾਲ ਲੇਪਨੰ, ਇਸ ਨੂੰ ਲੇਪ ਕੀਤਾ ਹੋਇਆ। ਸਾਡੇ ਸਰੀਰ ਦੇ ਅੰਦਰ ਉੱਪਰ ਚਮੜੀ ਦੇ ਅੰਦਰ ਲਹੂ ਹੈ। ਹੁਣ ਚਮੜੀ ਜਿਹਦੇ ਵਿੱਚ ਬਹੁਤਾ ਲਹੂ ਹੁੰਦਾ ਉਹ ਲਾਲ ਰੰਗ ਦੀ ਉਹ ਦਿਖਾਈ ਦਿੰਦੀ ਹੈ। ਇਸੇ ਲਈ ਇਹ ਰਕਤ ਲਹੂ ਤੇ ਚਮੜੇ ਦੇ ਨਾਲ ਇਸ ਨੂੰ ਪਲਸਤਰ ਕੀਤਾ ਹੋਇਆ ਹੈ। ਨਵੰਤ ਦੁਆਰੰ ਭੀਤ ਰਹਿਤੰ ਬਾਏ ਰੂਪੰ ਅਸਥੰਭਨੈ। ਨਵੰਤ ਦੁਆਰੰ, ਇਹ ਸਰੀਰ ਦੇ 9 ਦਰਵਾਜ਼ੇ ਨੇ, 9 ਗੋਲਕਾਂ ਨੇ। 2 ਅੱਖਾਂ ਨੇ, 2 ਕੰਨ ਨੇ, 2 ਨਾਸਕਾਂ ਨੇ, ਤੇ ਸਾਡਾ ਮੁਖ ਹੈ। ਇਸੇ ਤਰ੍ਹਾਂ ਜਿਹੜੇ ਮੂਲ ਦੁਆਰਾ ਤੇ ਉਪਸਥ ਇੰਦਰੀਆ, ਇਹ 9 ਗੋਲਕਾਂ ਨੇ, ਇਹ 9 ਦਰਵਾਜ਼ੇ ਨੇ। ਭੀਤ ਰਹਿਤੰ, ਪਰ ਇਹਨਾਂ ਨੂੰ, ਭੀਤ ਦਾ ਅਰਥ ਹੈ ਕੰਧ, ਇਹਨਾਂ ਵਿੱਚ ਕੋਈ ਕਵਾੜ ਨਹੀਂ ਲੱਗਿਆ ਹੋਇਆ, ਕੋਈ ਪਰਦਾ ਨਹੀਂ ਲੱਗਿਆ ਹੋਇਆ। ਜਿਵੇਂ ਆਪਾਂ ਦਰਵਾਜ਼ਾ ਲਾਉਣੇ ਆ, ਫਿਰ ਉਹਦੇ ਕਵਾੜ ਵੀ ਲਾਉਣੇ ਆ, ਕਵਾੜ ਬੰਦ ਕਰ ਦਿੰਦੇ। ਪਰ ਇਹ ਜਿਹੜੇ 9 ਦਰਵਾਜ਼ੇ ਸਾਡੇ ਸਰੀਰ ਰੂਪੀ ਕਿਲੇ ਦੇ ਬਣੇ ਨੇ, ਇਹ ਬਿਨਾਂ ਬੂਹਿਆਂ ਤੋਂ ਨੇ, ਬਿਨਾਂ ਤਖਤਿਆਂ ਤੋਂ ਹਨ। ਬਾਏ ਰੂਪੰ ਅਸੰਭਨੈ, ਇਹ ਸਰੀਰ ਨੂੰ ਆਸਰਾ ਕਿਹੜੀ ਚੀਜ਼ ਦਾ ਹੈ? ਬਾਏ ਰੂਪੰ ਅਸੰਭਨੈ, ਵੀ ਜਿਹੜਾ ਹਵਾ ਦਾ ਰੂਪ ਸਾਡੇ ਸਰੀਰ ਵਿੱਚ ਸਵਾਸ ਨੇ, ਇਹ ਪ੍ਰਾਣਾਂ ਦੇ ਆਸਰੇ ਸਾਡਾ ਸਰੀਰ ਖੜਾ ਹੈ। ਗੋਬਿੰਦ ਨਾਮੰ ਨਹਿ ਸਿਮਰੰਤ ਅਗਿਆਨੀ ਜਾਨੰਤ ਅਫਥਰੰ। ਲਓ, ਜਿਹੜੇ ਅਗਿਆਨੀ ਪੁਰਸ਼ ਨੇ ਵੀ ਉਹ ਸਰੀਰ ਨੂੰ ਆਸਰੰ, ਹਮੇਸ਼ਾ ਲਈ ਸਿਰ ਸਮਝਦੇ ਨੇ, ਹਮੇਸ਼ਾ ਰਹਿਣ ਵਾਲਾ ਸਮਝਦੇ ਨੇ। ਅਗਿਆਨੀ ਪੁਰਸ਼ ਇਹ ਸਮਝਦੇ ਨੇ ਵੀ ਇਹ ਸਰੀਰ ਹੈ ਤੇ ਕੱਚਾ ਕਿਲਾ, ਪਾਣੀ ਤੋਂ ਬਣਿਆ ਹੋਇਆ, ਇਹਨੇ ਛੇਤੀ ਢਹਿ ਢੇਰੀ ਹੋ ਜਾਣਾ ਹੈ। ਪਰ ਅਗਿਆਨੀ ਪੁਰਸ਼ ਇਸ ਨੂੰ ਹਮੇਸ਼ਾ ਲਈ ਅਚਲ ਸਮਝਦੇ ਨੇ, ਹਮੇਸ਼ਾ ਰਹਿਣ ਵਾਲਾ ਮੰਨਦੇ ਨੇ। ਇਸੇ ਲਈ ਗੋਬਿੰਦ ਨਾਮੰ ਨਹਿ ਸਿਮਰੰਤ, ਉਹ ਸਰੀਰ ਦੇ ਅਧਿਆਸ ਦੇ ਵਿੱਚ ਹੀ, ਇਹਦੀ ਪਾਲਣਾ ਪੋਸ਼ਣਾ ਵਿੱਚ ਹੀ ਸਮਾਂ ਬਤੀਤ ਕਰਦੇ ਰਹਿੰਦੇ ਨੇ, ਪਰ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ। ਤੇ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਦੁਰਲਭ ਦੇਹ ਉਦਰੰਤ ਸਾਧ ਸਰਨ ਨਾਨਕ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜੇ ਭਾਈ ਇਸ ਦੁਰਲਭ ਦੇਹ ਦਾ ਉਧਾਰ ਕਰਨਾ ਚਾਹੁੰਦੇ ਹੋ, ਇਹਦਾ ਸੁਧਾਰ ਕਰਨਾ ਚਾਹੁੰਦੇ ਹੋ, ਇਹਨੂੰ ਤੁਸੀਂ ਜਮਾਂ ਤੋਂ, ਵਿਕਾਰਾਂ ਤੋਂ, ਦੁੱਖਾਂ ਤੋਂ, ਰੋਗਾਂ ਸੋਗਾਂ ਤੋਂ ਬਚਾਉਣਾ ਚਾਹੁੰਦੇ ਹੋ, ਸਾਧ ਸਰਨ ਨਾਨਕ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਗੁਰੂ ਦੀ ਸ਼ਰਨ ਵਿੱਚ ਆ ਜਾਓ। ਗੁਰੂ ਦੀ ਸ਼ਰਨ ਵਿੱਚ ਆ ਕੇ ਫਿਰ ਇਸ ਦੁਰਲਭ ਦੇਹ ਦਾ ਉਧਾਰ ਹੋ ਸਕਦਾ ਹੈ। ਹਰ 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 ਹਰੇ ਜਪੰਤ। ਗੁਰੂ ਦੀ ਸ਼ਰਨ ਵਿੱਚ ਆ ਕੇ ਕਿਵੇਂ ਉਧਾਰ ਹੋਵੇਗਾ? ਜਦੋਂ ਅਸੀਂ ਪਹਿਲਾਂ ਰਸਨਾ ਤੋਂ ਨਾਮ ਜਪਾਂਗੇ, ਫਿਰ ਮਧਮਾ ਬਾਣੀ ਦੁਆਰਾ ਵਾਹਿਗੁਰੂ ਦਾ ਜਾਪ ਕਰਾਂਗੇ, ਫਿਰ ਪਸੰਤੀ ਬਾਣੀ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਾਂਗੇ, ਫਿਰ ਪਰਾ ਬਾਣੀ ਦੁਆਰਾ ਅਜਪਾ ਜਾਪ ਕਰਾਂਗੇ, ਫਿਰ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਾਂਗੇ, ਫਿਰ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਪ੍ਰਾਪਤ ਹੋਵੇਗੀ। ਤੇ ਜਦੋਂ ਅਸੀਂ 4 ਬਾਣੀਆਂ ਦੁਆਰਾ ਸਵਾਸ ਗਰਾਸ ਵਾਹਿਗੁਰੂ ਦਾ ਨਾਮ ਜਪਾਂਗੇ ਤੇ ਰੋਮ ਰੋਮ ਕਰਕੇ ਵਾਹਿਗੁਰੂ ਦਾ ਸਿਮਰਨ ਕਰਾਂਗੇ, ਤੇ ਫਿਰ ਇਸ ਦੁਰਲਭ ਦੇਹ ਦਾ ਉਧਾਰ ਹੋ ਜਾਂਦਾ ਹੈ। ਸੁਭੰਤ ਤੋਯੰ ਅਚੁੱਤ ਗੁਣਗਯੰ ਪੂਰਣੰ ਬਹੁਲੋ ਕਿਰਪਾਲਾ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਸੁਭੰਤ ਤੋਯੰ, ਹੇ ਵਾਹਿਗੁਰੂ ਜੀ, ਤੁਸੀਂ ਸਾਰੇ ਥਾਵਾਂ ਤੇ ਸੁਭੰਤ ਸੁਭਾਏ ਮਾਨ ਹੋ ਰਹੇ ਹੋ। ਅਚੁੱਤ, ਤੁਸੀਂ ਅਗੜ ਸਰੂਪ ਹੋ, ਤੇ ਗੁਣਗਯੰ, ਤੁਸੀਂ ਗੁਣਾਂ ਦੇ ਗਿਆਤੇ ਹੋ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਪੂਰਣੰ ਬਹੁਲੋ ਕਿਰਪਾਲਾ, ਤੁਸੀਂ ਸਰਬ ਕਲਾ ਭਰਪੂਰ ਹੋ। ਫਿਰ ਬਹੁਲੋ ਦਾ ਅਰਥ ਹੈ ਬਹੁਤ ਜ਼ਿਆਦਾ, ਬਹੁਤੇ ਕਿਰਪਾਲੂ ਦਿਆਲੂ ਵੀ ਹੋ।
ਅਥਵਾ ਸੁਭੰਤ ਤੋਇੰ ਹੈ ਜੀਵ ਤਾਂ ਤੇਰੀ ਸੋਭਾ ਹੋ ਸਕਦੀ ਹੈ ਜੇ ਤੂੰ ਵੀ ਉਸ ਅਚੁੱਤ ਅਗੜ ਸਰੂਪ ਵਾਹਿਗੁਰੂ ਜੋ ਗੁਣਾਂ ਦਾ ਗਿਆਤਾ ਹੈ, ਸਰਬ ਕਲਾ ਭਰਪੂਰ ਹੈ, ਬਹੁਤਾ ਦਿਆਲੂ ਕਿਰਪਾਲੂ ਹੈ, ਉਹਦੀ ਸ਼ਰਨ ਲਵੇਂ, ਫਿਰ ਤੇਰੀ ਵੀ ਸੋਭਾ ਹੋ ਸਕਦੀ ਹੈ। ਗੰਭੀਰੰ ਊਚੈ ਸਰਬੱਗ ਅਪਾਰਾ। ਉਹ ਵਾਹਿਗੁਰੂ ਸਮੁੰਦਰ ਵਾਂਗੂ ਬਹੁਤ ਗੰਭੀਰੰ ਡੂੰਘਾ ਹੈ, ਗਹਿਰ ਗੰਭੀਰ ਹੈ, ਪਹਾੜਾਂ ਨਾਲੋਂ ਵੀ ਆਕਾਸ਼ ਨਾਲੋਂ ਵੀ ਉੱਚਾ ਹੈ, ਸਰਬੱਗ ਅਪਾਰਾ ਤੇ ਸਭ ਦੀ ਗਿਆਤ ਸੋਝੀ ਰੱਖਣ ਵਾਲਾ ਹੈ। ਉਸ ਵਾਹਿਗੁਰੂ ਨੂੰ ਪਤਾ ਹੈ ਵੀ ਜਿਹੜੇ ਪੱਥਰਾਂ ਵਿੱਚ, ਪਾਣੀ ਵਿੱਚ, ਮਿੱਟੀ ਵਿੱਚ ਅਨੇਕਾਂ ਥਾਵਾਂ ਤੇ ਜੀਵ ਪੈਦਾ ਕੀਤੇ ਨੇ, ਉਹਨਾਂ ਨੂੰ ਰੋਜੀ ਕਿਵੇਂ ਦੇਣੀ ਹੈ। ਉਹ ਸਰਬੱਗ ਹੈ ਨਾ, ਉਹ ਸਭ ਦੀ ਜਾਣਕਾਰੀ ਹੈ ਤੇ ਅਪਾਰਾ ਉਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਪ੍ਰਿਤਿਆ ਪ੍ਰਿਯੰ ਵਿਫਰਾਮ ਚਰਣੰ। ਉਹ ਵਾਹਿਗੁਰੂ ਪ੍ਰਿਤਿਆ ਪ੍ਰਿਯੰ, ਪ੍ਰਿਤਿਆ ਦਾ ਅਰਥ ਹੁੰਦਾ ਦਾਸ, ਉਹ ਦਾਸਾਂ ਦੇ ਨਾਲ ਪ੍ਰਿਯੰ ਪਿਆਰਾ, ਉਹ ਦਾਸਾਂ ਨੂੰ ਪਿਆਰਾ ਲੱਗਦਾ, ਦਾਸਾਂ ਦੇ ਨਾਲ ਪਿਆਰ ਕਰਦਾ, ਤੇ ਵਿਸਰਾਮ ਚਰਣੰ ਤੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦਿੰਦਾ ਹੈ। ਅਨਾਥ ਨਾਥੇ ਨਾਨਕ ਫਰਣੰ। ਉਹ ਵਾਹਿਗੁਰੂ ਜਿਹੜੇ ਅਨਾਥ ਬੇਸਹਾਰਾ ਨੇ ਉਹਨਾਂ ਦਾ ਵੀ ਮਾਲਕ ਹੈ ਤੇ ਨਾਨਕ ਸ਼ਰਣੰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਸੀਂ ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਪਏ ਹਾਂ। ਮ੍ਰਿਗੀ ਪੇਖੰਤ ਬਾਧਕ ਪ੍ਰਹਾਰੇਣ ਲਖ ਆਵਦ ਹੈ। ਲੋ ਗਰੀਬ ਨਿਵਾਜ ਸਤਿਗੁਰੂ ਜੀ ਅੱਗੇ 6ਵੇਂ ਸ਼ਲੋਕ ਦੇ ਵਿੱਚ ਜਦੋਂ ਵਾਹਿਗੁਰੂ ਕਿਸੇ ਦੀ ਰੱਖਿਆ ਕਰਦਾ ਹੈ ਨਾ, ਫਿਰ ਦੁਨੀਆ ਦੀਆਂ ਸਾਰੀਆਂ ਤਾਕਤਾਂ ਭਾਵੇਂ ਉਸ ਨੂੰ ਘੇਰਾ ਪਾਉਣ ਤੇ ਜੇ ਸਾਹਿਬ ਡਾਢਾ ਹੋਏ ਤੇ ਉਸ ਨੂੰ ਮਾਰ ਨਾ ਸਕੈ ਕੋਈ, ਜਿਸ ਦਾ ਸਾਹਿਬ ਡਾਢਾ ਹੋਏ ਤੇ ਉਸ ਨੂੰ ਮਾਰ ਨਾ ਸਕੈ ਕੋਈ, ਜਿਨ੍ਹਾਂ ਦੀ ਰੱਖਿਆ ਵਾਹਿਗੁਰੂ ਪਰਮੇਸ਼ਰ ਕਰੇ ਫਿਰ ਉਹਨੂੰ ਕੋਈ ਮਾਰ ਨਹੀਂ ਸਕਦਾ। ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਲੋ ਗੁਰੂ ਮਹਾਰਾਜ ਇੱਕ ਬੜੀ ਸੋਹਣੀ ਉਦਾਹਰਣ ਦਿੰਦੇ ਹਨ। ਕੋਈ ਸ਼ਿਕਾਰੀ ਸੀ, ਬਾਧਕ ਦਾ ਅਰਥ ਹੁੰਦਾ ਸ਼ਿਕਾਰੀ। ਉਹ ਸ਼ਿਕਾਰ ਖੇਡਣ ਵਾਸਤੇ ਨਿਕਲਿਆ। ਉਸਨੇ ਕੀ ਦੇਖਿਆ, ਇੱਕ ਹਰਣੀ ਉਹਦੀ ਨਿਗਾਹ ਵਿੱਚ ਪਈ। ਉਹ ਹਰਣੀ ਉਸ ਵੇਲੇ ਬੱਚੇ ਨੂੰ ਜਨਮ ਦੇ ਰਹੀ ਸੀ, ਪ੍ਰਸੂਤਾ ਭਾਵ ਨੂੰ ਪ੍ਰਾਪਤ ਸੀ। ਉਸਨੇ ਉਹਦੇ ਵੱਲ ਤੀਰ ਸਿੰਨਿਆ। ਉਹ ਹੁਣ ਹਰਣੀ ਵਿਚਾਰੀ ਬੇਬਸ ਸੀ। ਉਸਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ, ਹੈ ਵਾਹਿਗੁਰੂ ਹੁਣ ਮੈਂ ਮਜਬੂਰ ਹਾਂ, ਅਸੁਰੱਖਿਅਤ ਹਾਂ, ਬੇਸਹਾਰਾ ਹਾਂ, ਨਿਮਾਣੀ ਤੇ ਨਤਾਣੀ ਹਾਂ, ਤੂੰ ਹੁਣ ਮੇਰੀ ਸਹਾਇਤਾ ਕਰ। ਤੇ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਐਸੀ ਕਲਾ ਵਰਤਾਈ, ਇੱਕ ਸੱਪ ਨਿਕਲਿਆ, ਉਹਨੇ ਸ਼ਿਕਾਰੀ ਨੂੰ ਡੰਗ ਮਾਰ ਦਿੱਤਾ। ਜਦੋਂ ਉਹਦੇ ਡੰਗ ਵੱਜਿਆ, ਜਿਹੜਾ ਤੀਰ ਹਰਨੀ ਵੱਲ ਸਿੰਨਿਆ ਸੀ ਉਹ ਉਸ ਦੇ ਸ਼ਿਕਾਰੀ ਕੁੱਤੇ ਨੂੰ ਜਾ ਕੇ ਵੱਜਿਆ, ਜਿਹੜਾ ਉਸ ਨੂੰ ਦੂਜੇ ਪਾਸੇ ਘੇਰਨ ਲਈ ਖੜਾ ਕੀਤਾ ਸੀ। ਫਿਰ ਇੱਕ ਹਵਾ ਦਾ ਬੁੱਲਾ ਆਇਆ, ਜਿਹੜੇ ਪਾਸੇ ਜਾਲ ਲਾਇਆ ਹੋਇਆ ਸੀ ਉਸਨੇ ਜਾਲ ਉਡਾ ਦਿੱਤਾ। ਚੌਥੇ ਪਾਸੇ ਅੱਗ ਲੱਗੀ ਹੋਈ ਸੀ ਤੇ ਉਹ ਜਿਹੜਾ ਜਾਲ ਸੀ ਉੱਡ ਕੇ ਅੱਗ ਵਿੱਚ ਜਾ ਡਿੱਗਿਆ ਤੇ ਅੱਗ ਵਿੱਚ ਪੈ ਕੇ ਸੜਕਿਆ। ਇੱਕ ਬੱਦਲੀ ਆਈ, ਉਹਨੇ ਮੀਂਹ ਵਰਾਇਆ, ਅੱਗ ਵੀ ਬੁਝ ਗਈ। ਹਜ਼ੂਰ ਉਸ ਕੁਦਰਤੀ ਜਿਹੜੀ ਇਹ ਇੱਕ ਉਦਾਹਰਣ ਸੀ, ਉਹਨੂੰ ਵੇਖ ਕੇ ਇਹ ਪਵਿੱਤਰ ਸ਼ਲੋਕ ਉਚਾਰਨ ਕਰਦੇ ਨੇ, ਮ੍ਰਿਗੀ ਪੇਖੰਤ ਬਾਧਕ ਪ੍ਰਹਾਰੇਣ ਲਖ ਆਵਦ। ਮ੍ਰਿਗੀ ਪੇਖੰਤ ਬਾਧਕ, ਸ਼ਿਕਾਰੀ ਨੇ ਹਰਣੀ ਵੱਲ ਦੇਖਿਆ, ਫਿਰ ਲੱਖ ਉਹਦਾ ਨਿਸ਼ਾਨਾ ਸਿੰਨ ਕੇ, ਆਵਦਾ ਦਾ ਅਰਥ ਹੈ ਉਹਦੇ ਉੱਤੇ ਸ਼ਾਸਤਰਾਂ ਦਾ ਵਾਰ ਕਰਨਾ ਚਾਹਿਆ। ਤੀਰ ਕਮਾਨ ਲੈ ਕੇ ਖਲੋਤਾ ਸੀ, ਉਸ ਨੂੰ ਤੀਰ ਮਾਰ ਕੇ ਮਾਰਨਾ ਚਾਹੁੰਦਾ ਸੀ। ਅਹੋ ਜਸ ਰਖੇਨ ਗੋਪਾਲ ਹੈ, ਨਾਨਕ ਰੋਮ ਨਾ ਛੇਦਿਆ ਤੇ। ਉਹ ਬੜਾ ਅਚਰਜ ਹੈ ਜਿਸ ਦੀ ਰੱਖਿਆ ਵਾਹਿਗੁਰੂ ਪਰਮੇਸ਼ਰ ਕਰਦਾ ਹੈ। ਤੇ ਉਸ ਸ਼ਿਕਾਰੀ ਨੇ ਹਰਣੀ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾਇਆ ਹੋਇਆ ਸੀ, ਪਰ ਵਾਹਿਗੁਰੂ ਪਰਮੇਸ਼ਰ ਨੇ ਉਹਦੀ ਸਹਾਇਤਾ ਕੀਤੀ। ਨਾਨਕ ਰੋਮ ਨਾ ਛੇਦਿਆ ਤੇ ਉਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਿਆ, ਉਹਦਾ ਰੂਮ ਵੀ ਕਟਿਆ ਨਹੀਂ ਜਾ ਸਕਿਆ। ਹਰ ਪ੍ਰਕਾਰ ਉਸ ਵਾਹਿਗੁਰੂ ਪਰਮੇਸ਼ਰ ਨੇ ਉਹਦੀ ਰੱਖਿਆ ਕੀਤੀ। ਚਤੁਰ ਦਿਸ਼ਾ ਕੀਨੋਂ ਬਾਲੇ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੋਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਾ ਮੇਟੇ, ਦਇਆਲ ਪੁਰਖ ਬਖਸ਼ੰਦ।
ਰਹਾਉ ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਇਉਂ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਐਸਾ ਹੈ ਅਕਾਲ ਪੁਰਖ ਵਾਹਿਗੁਰੂ, ਜਿਸ ਦੀ ਰੱਖਿਆ ਉਹ ਕਰਦਾ, ਫਿਰ ਉਹਦਾ ਕੋਈ ਵੀ ਵਾਲ ਵਿੰਗਾ ਨਹੀਂ ਕਰ ਸਕਦਾ। ਬਹੁ ਯਤਨ ਕਰਤਾ ਬਲਵੰਤ ਕਾਰੀ, ਸੇਵੰਤ ਸੂਰਾ ਚਤੁਰ ਦਿਸ ਹੈ। ਇੱਕ ਇਹ ਵੀ ਗੱਲ 16 ਆਨੇ ਸੱਚ ਹੈ। ਵਧੀ ਦਾ ਇਲਾਜ ਹੁੰਦਾ ਹੈ, ਘਟੀ ਦਾ ਕੋਈ ਇਲਾਜ ਨਹੀਂ। ਚਾਹੇ ਬੜੇ ਬੜੇ ਸਿਆਣੇ ਡਾਕਟਰ ਨੇ, ਵੈਦ ਨੇ, ਹਕੀਮ ਨੇ, ਉਹਨਾਂ ਬਾਰੇ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਵੈਦਾ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਜੇ ਵਾਹਿਗੁਰੂ ਵਿੱਚ ਆਪ ਖਲੋਤਾ ਹੋਵੇ ਨਾ, ਫਿਰ ਡਾਕਟਰੀ ਇਲਾਜ ਵੀ ਸਫਲ ਹੁੰਦੇ ਨੇ। ਜੇ ਵਾਹਿਗੁਰੂ ਸਹਾਇਤਾ ਨਹੀਂ ਕਰਦਾ, ਜਾਣ ਦਾ ਹੀ ਬਹਾਨਾ ਬਣਦਾ ਹੈ, ਫਿਰ ਡਾਕਟਰ ਵੀ ਵਾਹ ਲਾ ਲੈਣ, ਉਹ ਕਿਸੇ ਨੂੰ ਬਚਾ ਨਹੀਂ ਸਕਦੇ। ਅਤੇ ਜਿਹਨੂੰ ਵਾਹਿਗੁਰੂ ਬਚਾਉਂਦਾ ਉਹਨੂੰ ਕੋਈ ਮਾਰ ਨਹੀਂ ਸਕਦਾ, ਅਤੇ ਜਿਹਨੂੰ ਵਾਹਿਗੁਰੂ ਮਾਰਨਾ ਚਾਹੇ ਉਹਨੂੰ ਕੋਈ ਬਚਾ ਨਹੀਂ ਸਕਦਾ। ਹੁਣ ਦੂਜੀ ਉਦਾਹਰਣ ਗੁਰੂ ਮਹਾਰਾਜ ਦਿੰਦੇ ਹਨ, ਬਹੁ ਯਤਨ ਕਰਤਾ ਬਲਵੰਤ ਕਾਰੀ, ਸੇਵੰਤ ਸੂਰਾ ਚਤੁਰ ਦਿਸ ਹੈ। ਲਓ ਇੱਕ ਰਾਜਾ ਸੀ, ਬਹੁਤ ਯਤਨ ਕਰਤਾ। ਉਹ ਆਪਣੇ ਬਚਾਅ ਦੇ ਲਈ ਬੜੇ ਯਤਨ ਕਰਦਾ ਸੀ। ਅਕਸਰ ਜਿਹੜੇ ਰਾਜੇ ਮਹਾਰਾਜੇ ਲੋਕ ਹੁੰਦੇ ਨੇ, ਉਹ ਆਪਣੀ ਰੱਖਿਆ ਦੇ ਲਈ ਬੜੇ ਯਤਨ ਕਰਦੇ ਨੇ, ਅਤੇ ਹੁਣ ਵੀ ਕਰ ਰਹੇ ਨੇ, ਪਹਿਲਾਂ ਵੀ ਕਰਦੇ ਰਹੇ ਨੇ। ਇੱਕ ਰਾਜਾ ਪ੍ਰੀਸ਼ਤ ਹੋਇਆ, ਉਸ ਨੇ ਇੱਕ ਰਿਸ਼ੀ ਦੇ ਗਲ ਦੇ ਵਿੱਚ ਮਰਿਆ ਹੋਇਆ ਸੱਪ ਪਾ ਦਿੱਤਾ। ਉਹਦੇ ਪੁੱਤਰ ਨੇ, ਜੋ ਤਪਸਵੀ ਸੀ, ਰਿਸ਼ੀ ਸੀ, ਉਹਨੇ ਸਰਾਪ ਦੇ ਦਿੱਤਾ, ਜਿਸ ਨੇ ਮੇਰੇ ਪਿਤਾ ਦੇ ਗਲ ਦੇ ਵਿੱਚ ਸੱਪ ਪਾਇਆ ਹੈ, ਵੀ ਉਹਨੂੰ ਤਸ਼ਕ ਨਾਗ ਲੜ ਜਾਵੇ ਅਤੇ ਉਹਦੀ ਮੌਤ ਹੋ ਜਾਵੇ। ਹੁਣ ਉਸ ਰਿਸ਼ੀ ਨੇ ਬਚਨ ਕਰ ਦਿੱਤਾ, ਸਾਧ ਬਚਨ ਅਟਲਾਦਾ। ਫਿਰ ਜਦੋਂ ਰਾਜੇ ਪ੍ਰੀਸ਼ਤ ਨੂੰ ਪਤਾ ਲੱਗਿਆ ਬਈ ਹੁਣ ਰਿਸ਼ੀ ਦਾ ਬਚਨ ਹੋਇਆ ਅਤੇ ਆਪਣਾ ਬਚਾਅ ਕਰਨਾ ਚਾਹੀਦਾ, ਉਹਨੇ ਆਪਣੇ ਬਚਾਅ ਲਈ ਬੜੇ ਯਤਨ ਕੀਤੇ। ਕੀ ਯਤਨ ਕੀਤੇ? ਉਸ ਨੇ ਗੰਗਾ ਦੀਆਂ ਲਹਿਰਾਂ ਦੇ ਵਿੱਚ ਸ਼ੀਸ਼ ਮਹਿਲ ਤਿਆਰ ਕਰਵਾਇਆ। ਉਹਦਾ ਮਤਲਬ ਇਹ ਸੀ, ਆਲੇ ਦੁਆਲੇ ਸੇਫਟੀ ਦਾ ਪੂਰਾ ਪ੍ਰਬੰਧ ਕੀਤਾ। ਅਤੇ ਫਿਰ ਕੋਈ ਉੱਥੇ ਕਿਸੇ ਪਾਸੇ ਆਉਣ ਦਾ ਰਸਤਾ ਵੀ ਨਹੀਂ ਰਹਿਣ ਦਿੱਤਾ, ਸਿਰਫ ਇੱਕ ਪਾਸੇ ਰਸਤਾ ਸੀ, ਅਤੇ ਉਹਦੇ ਉੱਤੇ ਬੜੇ ਸਖਤ ਪਹਿਰੇਦਾਰ ਫੌਜਾਂ ਸਿਪਾਹੀ ਖੜ੍ਹੇ ਕਰ ਦਿੱਤੇ। ਉੱਥੋਂ ਕੀੜੀ ਵੀ ਨਹੀਂ ਸੀ ਲੰਘ ਸਕਦੀ। ਇਹਨੇ ਜ਼ਬਰਦਸਤ ਉਸਨੇ ਪ੍ਰਬੰਧ ਕੀਤੇ। ਪਰ ਫਿਰ ਉਸਨੇ ਨਾਲ ਹੀ ਮਹਾਭਾਰਤ ਦੀ ਕਥਾ ਸਰਵਣ ਸ਼ੁਰੂ ਕਰ ਦਿੱਤੀ। ਜਦੋਂ ਭੋਗ ਪੈਣਾ ਸੀ, ਉਹਨੇ ਸੋਚਿਆ ਵੀ ਹੁਣ ਤਾਂ ਸਮਾਂ ਲੰਘ ਹੀ ਗਿਆ ਹੈ, ਹੁਣ ਤਾਂ ਮੈਨੂੰ ਕੋਈ ਮਾਰ ਨਹੀਂ ਸਕਦਾ। ਅਤੇ ਭੋਗ ਦੇ ਸਮੇਂ ਜਿਹੜੇ ਉਸਦੇ ਮਿੱਤਰ ਸਾਥੀ ਸਨ, ਉਹ ਕਈ ਤਰ੍ਹਾਂ ਦੇ ਤੋਹਫੇ ਲੈ ਕੇ, ਗਿਫਟਾਂ ਲੈ ਕੇ ਉਹਦੇ ਪਾਸ ਪੁੱਜੇ। ਉਹਨਾਂ ਨੇ ਨਜ਼ਰਾਨੇ ਭੇਟ ਕੀਤੇ। ਇੱਕ ਕਿਸੇ ਦੋਸਤ ਨੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ, ਅਤੇ ਫੁੱਲ ਬੜੇ ਸੋਹਣੇ ਸਨ। ਜਦੋਂ ਫੁੱਲ ਨੂੰ ਸੁੰਘਣ ਲੱਗਿਆ, ਉਸ ਫੁੱਲ ਦੇ ਵਿੱਚ ਹੀ ਤਸ਼ਕ ਨਾਗ ਨੇ ਇੱਕ ਬੜਾ ਕੀੜੀ ਦਾ ਸੂਖਮ ਰੂਪ ਧਾਰਨ ਕੀਤਾ ਹੋਇਆ ਸੀ, ਲੋਕੇ ਬੈਠਾ ਸੀ। ਜਦੋਂ ਸੁੰਘਣ ਲੱਗਿਆ ਅਤੇ ਉਹਦੇ ਨੱਕ ਵਿੱਚ ਡੰਗ ਮਾਰਿਆ, ਉਸ ਦੇ ਨਾਲ ਰਾਜੇ ਪ੍ਰੀਸ਼ਦ ਦੀ ਮੌਤ ਹੋ ਗਈ ਸੀ। ਇਹ ਪ੍ਰਸੰਗ ਪੁਰਾਣਾਂ ਦੇ ਵਿੱਚ ਲਿਖਿਆ ਮਿਲਦਾ ਹੈ, ਅਤੇ ਗੁਰੂ ਮਹਾਰਾਜ ਉਦਾਹਰਣ ਦੇ ਤੌਰ 'ਤੇ ਇੱਥੇ ਨਾਂ 'ਤੇ ਨਹੀਂ ਲਿਖਿਆ, ਪਰ ਉਸ ਘਟਨਾ ਨੂੰ ਬਿਆਨ ਕਰਦੇ ਹਨ। ਬਹੁ ਯਤਨ ਕਰਤਾ ਬਲਵੰਤ ਕਾਰੀ। ਕਾਰੀ ਦਾ ਅਰਥ ਹੈ ਜਿਹੜਾ ਬਹੁਤ ਬਲਵਾਨ, ਸ਼ਕਤੀਸ਼ਾਲੀ ਰਾਜਾ ਸੀ, ਰਾਜਾ ਪ੍ਰੀਸ਼ਤ। ਉਹਨੇ ਆਪਣੇ ਬਚਾਓ ਲਈ ਬਹੁਤ ਯਤਨ ਕੀਤੇ, ਵੀ ਗੰਗਾ ਦੀਆਂ ਲਹਿਰਾਂ ਵਿੱਚ ਸ਼ੀਸ਼ ਮਹਿਲ ਤਿਆਰ ਕਰਵਾਇਆ, ਸਖਤ ਪਹਿਰੇ ਕੀਤੇ, ਬੜੀ ਸਖਤ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ। ਸੇਵੰਤ ਸੂਰਾ ਚਤੁਰ ਦਿਸੈ, ਚਾਰੇ ਪਾਸੇ ਸੂਰਬੀਰ ਬੜੀ ਸਖਤੀ ਨਾਲ ਦਿਨ ਰਾਤ ਉਹ ਪਹਿਰਾ ਦੇ ਰਹੇ ਸਨ ਅਤੇ ਸੇਵਾ ਕਰ ਰਹੇ ਸਨ, ਚੌਕੀਦਾਰਾ ਕਰ ਰਹੇ ਸਨ।
ਬਿਖਮ ਥਾਨ ਬਸੰਤ ਊਚਹਿ ਨਹਿ ਸਿਮਰੰਤ ਮਰਣੰ ਕਦਾਚਹਿ। ਬੇਖਮ ਥਾਨ ਉਹ ਬੜਾ ਔਖਾ ਵਿਖੜਾ ਸਥਾਨ ਸੀ, ਜਿੱਥੇ ਉਹਨੇ ਘਰ ਬਣਾਇਆ ਸੀ, ਸ਼ੀਸ਼ ਮਹਿਲ ਤਿਆਰ ਕਰਵਾਇਆ ਸੀ। ਉੱਥੇ ਕੋਈ ਚੜ੍ਹ ਨਹੀਂ ਸੀ ਸਕਦਾ। ਕੋਈ ਹੋ ਸਕਦਾ ਗੰਗਾ ਦੇ ਵਿੱਚ ਕੋਈ ਟਾਪੂ ਹੋਵੇ, ਕੋਈ ਛੋਟੀ ਜਿਹੀ ਪਹਾੜੀ ਹੋਵੇ, ਉਹਦੇ ਉੱਤੇ ਘਰ ਉਸਨੇ ਬਣਾਇਆ, ਜਿੱਥੇ ਜਾਣਾ ਬਹੁਤ ਔਖਾ ਸੀ। ਬੇਖਮ ਥਾਨ ਬਸੰਤ ਉੱਚਾ, ਤੇ ਬੜਾ ਉੱਚਾ ਥਾਂ ਸੀ, ਉੱਥੇ ਰਹਿੰਦਾ ਸੀ। ਨਹਿ ਸਿਮਰੰਤ ਮਰਣੰ ਕਦਾਂਚਾ, ਜਿਹੜਾ ਕਦੇ ਵੀ ਆਪਣੇ ਮਰਨ ਨੂੰ ਯਾਦ ਨਹੀਂ ਸੀ ਕਰਦਾ। ਹੁਣ ਇਸ ਨੂੰ ਮੌਤ ਭੁੱਲ ਗਈ ਸੀ। ਆਪਣੇ ਜਾਣੇ ਇਸਨੇ ਮੌਤ ਦੇ ਸਾਰੇ ਬੰਦੋਬਸਤ ਕਰ ਲਏ। ਹੋਵੰਤ ਆਗਿਆ ਭਗਵਾਨ ਪੁਰ ਕਹੈ ਨਾਨਕ ਕੀਟੀ ਸਾਸ ਅਕਰਖ ਤੇ। ਲੋ ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਜਿਨ ਕੀ ਚੀਰੀ ਦਰਗਾਹ ਫਾਟੀ ਤਿੰਨਾ ਮਰਨਾ ਪਏ। ਹੁਣ ਜਿਨ੍ਹਾਂ ਦੀ ਧੁਰ ਦਰਗਾਹ ਤੋਂ ਚਿੱਠੀ ਫਟ ਜਾਂਦੀ ਹੈ, ਫਿਰ ਉਹਨਾਂ ਨੇ ਤੇ ਭਾਈ ਮਰਨਾ ਹੀ ਮਰਨਾ, ਕੋਈ ਉਹਨਾਂ ਨੂੰ ਬਚਾ ਨਹੀਂ ਸਕਦਾ। ਹੋਵੰਤ ਆਗਿਆ ਭਗਵਾਨ ਪੁਰਖ ਹੈ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਹੋਈ, ਦਰਗਾਹੀ ਸੱਦਾ ਆ ਗਿਆ। ਸੱਦੜੇ ਨਿਤ ਪਵਨ, ਘਰ ਘਰ ਇਹੋ ਪਹੁੰਚਾ। ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਆ ਨਾਨਕ ਸੇ ਦੇਹ ਅਵਨ। ਫਿਰ ਕੀ ਹੋਇਆ? ਨਾਨਕ ਕੀਟੀ ਸਾਸ ਅਕਰਖ ਤੇ, ਉਹ ਤਰਸ਼ਕ ਨਾ ਕੀੜੀ ਦਾ ਰੂਪ ਧਾਰਨ ਕਰਕੇ ਫੁੱਲ ਦੇ ਵਿੱਚ ਲੁਕਿਆ ਹੋਇਆ ਸੀ। ਤੇ ਜਦੋਂ ਉਸਨੇ ਫੁੱਲ ਨੂੰ ਸੁੰਘਿਆ, ਉਸ ਕੀੜੀ ਨੇ ਉਹਦੇ ਸਵਾਸ ਖਿੱਚ ਲਏ, ਉਸ ਨੂੰ ਮੌਤ ਦੇ ਦਿੱਤੀ, ਉਸ ਨੂੰ ਜਾਨੋਂ ਮਾਰ ਮੁਕਾਇਆ। ਸਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤੁਆ। ਇਸ ਕਲਯੁਗ ਦੇ ਵਿੱਚ ਕ੍ਰਿਤਵਾ ਦਾ ਅਰਥ ਕਰਨਯੋਗ ਕਰਮ ਕਿਹੜੇ ਨੇ, ਸਾਨੂੰ ਕਿਹੜੇ ਕੰਮ ਇਸ ਕਲਯੁਗ ਦੇ ਵਿੱਚ ਕਰਨੇ ਚਾਹੀਦੇ ਨੇ, ਉਹਦੇ ਬਾਰੇ ਚਾਨਣਾ ਪਾਓ। ਤਾਂ ਹਜੂਰ ਕਹਿੰਦੇ ਨੇ ਸ਼ਬਦੰ ਰਤੰ, ਇੱਕ ਤਾਂ ਸ਼ਬਦ ਨਾਲ, ਸ਼ਬਦ ਤੋਂ ਭਾਵ ਗੁਰਬਾਣੀ ਤੇ ਨਾਮ ਦਾ ਹੈ। ਨਾਮ ਬਾਣੀ ਦੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ। ਹਿਤੰ ਮਇਆ, ਮਇਆ ਤੋਂ ਭਾਵ ਹੈ ਜਿਹੜੀ ਜੀ ਦਇਆ ਹੈ, ਇਹਦੇ ਨਾਲ ਵੀ ਭਾਈ ਹਿਤ ਪ੍ਰੇਮ ਰੱਖਣਾ ਚਾਹੀਦਾ ਹੈ, ਜੀ ਦਇਆ ਪ੍ਰਵਾਨ। ਤੇ ਨਾਲ ਹੀ ਕੀਰਤਨ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਵੀ ਕਰਨੀ ਚਾਹੀਦੀ ਹੈ। ਨਾਮ ਬਾਣੀ ਨਾਲ ਪ੍ਰੇਮ, ਜੀ ਦਇਆ ਦੇ ਨਾਲ ਹਿਤ, ਤੇ ਵਾਹਿਗੁਰੂ ਦੀ ਸਿਫਤ ਸਲਾਹ ਦੇ ਨਾਲ ਵੀ ਪ੍ਰੇਮ ਕਰਨਾ ਚਾਹੀਦਾ ਹੈ। ਇਹੀ ਭਾਈ ਕਲਯੁਗ ਦੇ ਵਿੱਚ ਕਰਨ ਯੋਗ ਕਰਮ ਹਨ। ਮਿਟੰਤ ਤਤਰਾਗਤ ਭਰਮ ਮੋਹੰ। ਇਹਦੇ ਨਾਲ ਕੀ ਹੋਵੇਗਾ? ਮਿਟੰਤ ਤਤਰਾਗਤ, ਉਸ ਜੀਵ ਦੇ ਵਿੱਚ ਆਗਤ ਜਿਹੜੇ ਆਏ ਹੋਏ ਨੇ ਭਰਮ ਤੇ ਮੋਹ, ਉਹ ਮਿਟ ਜਾਂਦੇ ਨੇ ਜਦੋਂ ਨਾਮ ਬਾਣੀ ਦੇ ਨਾਲ ਪਿਆਰ ਹੋ ਜਾਂਦਾ ਹੈ। ਜੀ ਦਇਆ ਪ੍ਰਵਾਨ ਨਾਲ ਪਿਆਰ ਕਰਦੇ ਹਾਂ, ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜ ਜਾਂਦੇ ਹਾਂ, ਫਿਰ ਭਰਮ ਤੇ ਮੋਹ ਜਿਹੜੇ ਉਹਦੇ ਅੰਦਰ ਆਏ ਨੂੰ ਮਿਟ ਜਾਂਦੇ ਹਨ। ਭਗਵਾਨ ਰਮਣੰ ਸਰਬੱਤਰ ਥਾਨਯੰ। ਫਿਰ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਉਹ ਭਗਵਾਨ ਵਾਹਿਗੁਰੂ ਸਭ ਥਾਵਾਂ ਤੇ ਰਮਣੰ ਦਾ ਅਰਥ ਪਰਿਪੂਰਨ ਹੋ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਕੇ ਸਰਬੱਤਰ ਦਿਸੈ ਕੇ ਸਰਬੱਤਰ ਭੀਸੈ, ਜਮੇ ਤੂੰ ਹੀ ਜਮਾਂ ਤੂੰ ਹੀ ਮਕੀ ਤੂੰ ਹੀ ਮਕਾਨ ਤੂੰ ਹੀ, ਸਰਬ ਜੋ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈ ਨਰ ਹਰਿ। ਉਹਨਾਂ ਨੂੰ ਸਭ ਥਾਵਾਂ ਤੇ ਵਸਦਾ ਹੋਇਆ ਵਾਹਿਗੁਰੂ ਦਿਖਾਈ ਦਿੰਦਾ ਹੈ। ਦ੍ਰਿਸ਼ਟ ਤੋਯੰ ਅਮੋਗ ਦਰਸ਼ਨੰ ਬਸੰਤ ਸਾਧ ਰਸਨਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਦ੍ਰਿਸ਼ਟ ਤੋਯੰ, ਹੇ ਵਾਹਿਗੁਰੂ ਜੀ ਤੁਹਾਡੀ ਜਿਹੜੀ ਦ੍ਰਿਸ਼ਟੀ ਹੈ, ਜਿਸ ਤੇ ਪੈ ਜਾਂਦੀ ਹੈ, ਉਹ ਨਿਹਾਲ ਹੋ ਜਾਂਦਾ ਹੈ। ਅਮੋਗ ਦਰਸ਼ਨ, ਤੁਹਾਡੇ ਦਰਸ਼ਨ ਵੀ ਸਫਲ ਨੇ। ਸਰਗੁਣ ਜਾਂ ਨਿਰਗੁਣ ਸਰੂਪ ਦੇ ਵਿੱਚ ਜਿਹੜਾ ਤੁਹਾਡੇ ਦਰਸ਼ਨ ਦੀਦਾਰ ਕਰ ਲੈਂਦਾ ਹੈ, ਉਹਦਾ ਵੀ ਭਲਾ ਹੋ ਜਾਂਦਾ ਹੈ, ਉਹਦੀ ਵੀ ਕਲਿਆਣ ਹੋ ਜਾਂਦੀ ਹੈ। ਬਸੰਤ ਸਾਧ ਰਸਨਾ, ਹੇ ਵਾਹਿਗੁਰੂ ਜੀ ਤੁਸੀਂ ਜਿਹੜੇ ਸਾਧ ਗੁਰਮੁਖ ਵਿਅਕਤੀ ਨੇ, ਜੋ ਸਵਾਸ ਗ੍ਰਾਸ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਗੁਰਮੁਖ ਸਾਧ ਅਸਾਧ ਸਾਧ ਸਦਾਇਆ, ਜਿਨ੍ਹਾਂ ਨੇ ਅਸਾਧ ਮਨ ਨੂੰ ਸਾਧ ਲਿਆ, ਐਸੇ ਜਿਹੜੇ ਮਹਾਂਪੁਰਖ ਨੇ, ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਤੁਸੀਂ ਉਹਨਾਂ ਦੀ ਰਸਨਾ ਤੇ ਵਸਦੇ ਹੋ। ਕਿਉਂ? ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਕੇ ਬਚਨ ਕਹਿੰਦੇ ਸਨ ਵੀ ਉਹ ਵਾਹਿਗੁਰੂ ਵਸਦਾ ਤੇ ਸਾਰਿਆਂ ਵਿੱਚ ਹੀ ਹੈ, ਪਰ ਮਹਾਂਪੁਰਖਾਂ ਤੇ 3 ਅਸਥਾਨਾਂ ਤੇ ਉਹ ਵਿਸ਼ੇਸ਼ ਰੂਪ ਦੇ ਵਿੱਚ ਨਿਵਾਸ ਕਰਦਾ। ਇੱਕ ਤਾਂ ਉਹਨਾਂ ਦੀ ਰਸਨਾ ਤੇ, ਬਸੰਤ ਸਾਧ ਰਸਨਾ, ਉਹ ਵਾਹਿਗੁਰੂ ਮਹਾਂਪੁਰਖਾਂ ਦੀ ਰਸਨਾ ਤੇ ਵਸਦਾ, ਕਿਉਂਕਿ ਹਰ ਵੇਲੇ ਉਹਨਾਂ ਦੀ ਰਸਨਾ ਤੇ ਵਾਹਿਗੁਰੂ ਦਾ ਨਾਮ ਹੁੰਦਾ,
ਨਾਮ ਦੇ ਵਿੱਚ ਨਾਮੀ ਦਾ ਨਿਵਾਸ ਹੈ। ਦੂਜਾ, ਉਹ ਵਾਹਿਗੁਰੂ ਨਾਲ ਗੁਰਮੁਖਾਂ ਦੇ ਹਿਰਦੇ ਵਿੱਚ ਵਸਦਾ ਹੈ। ਹਿਰਦੇ ਵਿੱਚ ਹਮੇਸ਼ਾ ਲਈ ਉਹ ਵਾਹਿਗੁਰੂ ਦੇ ਧਿਆਨ ਵਿੱਚ ਜੁੜੇ ਰਹਿੰਦੇ ਨੇ। ਫਿਰ ਉਹਨਾਂ ਦੇ ਨੇਤਰਾਂ ਵਿੱਚ ਵਾਹਿਗੁਰੂ ਪਰਮੇਸ਼ਰ ਵਸਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਰਸਦਾ ਹੈ। ਜਿਸ ਉੱਤੇ ਦ੍ਰਿਸ਼ਟੀ ਪਾ ਦਿੰਦੇ ਨੇ ਤੇ ਉਹਦੇ ਵੀ ਸਾਰੇ ਰੋਗ ਸੋਗ ਦੁੱਖ ਮੇਟ ਦਿੰਦੇ ਹਨ। ਇੱਥੇ ਸਤਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਮਹਾਂਪੁਰਖਾਂ ਦੀ ਰਸਨਾ ਤੇ ਵਸਦਾ ਹੈ। ਹਰ 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 ਹਰੇ ਨਾਨਕ ਪ੍ਰਿਯੰਗ ਜਾਪ ਜਪਨਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਵੀ ਉਹ ਵਾਹਿਗੁਰੂ ਪਰਮੇਸ਼ਰ ਹਰ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ ਤੇ ਹਰ ਸਾਰੇ ਪਾਪਾਂ ਨੂੰ ਹਰ ਨਾਸ਼ ਕਰਨ ਵਾਲਾ ਹੈ। ਤੇ ਫਿਰ ਉਹ ਵਾਹਿਗੁਰੂ ਹਰ ਸਰੀਰ ਤੇ ਹਰ ਜੀਵ ਦੇ ਵਿੱਚ ਵਸ ਰਿਹਾ ਹੈ। ਤੇ ਐਸਾ ਜੋ ਹਰੇ ਵਾਹਿਗੁਰੂ ਪਰਮੇਸ਼ਰ ਹੈ ਉਹ ਸਭ ਥਾਵਾਂ ਤੇ ਵਸ ਰਿਹਾ ਹੈ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਸੁਆਸ ਸੁਆਸ ਕਰਕੇ ਨਾਨਕ ਪ੍ਰਿਯੰਗ ਜਾਪ ਜਪਣਾ। ਉਸ ਪਿਆਰੇ ਪ੍ਰਭੂ ਦਾ ਸਾਨੂੰ ਜਾਪ ਸੰਗਿਆਵਾਚਕ ਸ਼ਬਦ ਹੈ। ਜਾਪ ਪੱਪੇ ਨੂੰ ਔਂਕੜ ਹੈ ਵੀ ਉਸ ਜਪਣ ਯੋਗ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣਾ ਚਾਹੀਦਾ ਹੈ। ਘਟਾਂਤ ਰੂਪੰ ਘਟਾਂਤ ਦੀਪੰ ਘਟਾਂਤ ਰਵ ਸਸਿਅਰ ਨਖੇਤਰ ਗਗਨੰ। ਲਓ ਗਰੀਬਨ ਵਾਸ ਸਤਿਗੁਰੂ ਜੀ ਕਹਿੰਦੇ ਨੇ ਕੇਵਲ ਵਾਹਿਗੁਰੂ ਪਰਮੇਸ਼ਰੀ ਆ ਜਿਹੜਾ ਇੱਕ ਰਸ ਰਹਿਣ ਵਾਲਾ ਹੈ। ਬਾਕੀ ਸਾਰੀਆਂ ਚੀਜ਼ਾਂ ਘਟਦੀਆਂ ਨੇ। ਇਹਨਾਂ ਦਾ ਰੰਗ ਰੂਪ ਵੀ ਘਟਦਾ ਹੈ, ਇਹਨਾਂ ਦੀ ਸ਼ਕਤੀ ਵੀ ਘਟਦੀ, ਇਹਨਾਂ ਦੀ ਉਮਰ ਵੀ ਘਟਦੀ ਹੈ। ਘਟਾਂਤ ਰੂਪੰ, ਰੂਪੰ ਦਾ ਅਰਥ ਹੈ ਜਿਹੜਾ ਸੁੰਦਰ ਰੂਪ ਹੈ, ਇਹ ਵੀ ਹਮੇਸ਼ਾ ਨਹੀਂ ਕਾਇਮ ਰਹਿੰਦਾ। ਹੌਲੀ ਹੌਲੀ ਸੁੰਦਰਤਾ ਵੀ ਘਟਦੀ ਹੈ ਉਮਰ ਦੇ ਲਿਹਾਜ਼ ਦੇ ਨਾਲ। ਕਈ ਵਾਰੀ ਬਿਮਾਰੀ ਦੇ ਕਾਰਨ ਵੀ ਸੁੰਦਰਤਾ ਚਲੀ ਜਾਂਦੀ, ਸੁੰਦਰ ਰੂਪ ਵੀ ਘਟਦਾ ਹੈ। ਤੇ ਘਟਾਂਤ ਦੀਪੰ, ਦੀਪੰ ਦਾ ਅਰਥ ਹੈ ਜਿਹੜੇ ਦੋਨੋਂ ਨੇਤਰ ਨੇ ਦੀਵਿਆਂ ਵਾਂਗੂ ਨੇ, ਇਹਨਾਂ ਦੀ ਵੀ ਸ਼ਕਤੀ, ਇਹਨਾਂ ਦੀ ਵੀ ਜੋਤ ਘਟਦੀ ਹੈ। ਅਥਵਾ ਦੀਪ ਜਿਹੜੇ ਚੰਦਰਮਾ ਤੇ ਸੂਰਜ ਦੀਵੇ ਨੇ, ਇਹਨਾਂ ਦੀ ਵੀ ਸ਼ਕਤੀ ਘਟਦੀ ਹੈ। ਅਥਵਾ ਦੀਪ ਜਿਹੜੇ 7 ਦੀਪ ਨੇ, 7 ਟਾਪੂ ਨੇ, ਉਹਨਾਂ ਦੀ ਵੀ ਉਮਰ ਘਟਦੀ ਹੈ। ਘਟਾਂਤ ਰਵ ਸਸਿਅਰ ਨਖੇਤਰ ਗਗਨ, ਰਵ ਦਾ ਅਰਥ ਹੈ ਸੂਰਜ, ਸਸਿਅਰ ਦਾ ਅਰਥ ਹੈ ਚੰਦਰਮਾ, ਨਖੇਤਰ ਦਾ ਅਰਥ ਹੈ ਜਿਹੜੇ ਹੋਰ ਗ੍ਰਹਿ ਨੇ, ਤਾਰੇ ਨੇ। ਗਗਨ ਆਕਾਸ਼ ਦੇ ਵਿੱਚ ਮੰਡਰਾ ਰਹੇ, ਇਹਨਾਂ ਦੀ ਵੀ ਉਮਰ, ਇਹਨਾਂ ਦੀ ਵੀ ਸ਼ਕਤੀ, ਇਹਨਾਂ ਦਾ ਵੀ ਤਪ ਤੇਜ ਘਟਦਾ ਜਾਂਦਾ ਹੈ। ਘਟਾਂਤ ਬਸੁਦਾ ਗੇਰ ਤਾਰ ਸੇ ਖੰਡੰ। ਲੋ ਬਸ ਧਰਤੀ ਦੀ ਉਮਰ ਵੀ ਘਟਦੀ ਜਾਂਦੀ ਹੈ। ਗਿਰ ਜਿਹੜੇ ਪਹਾੜ ਨੇ, ਤਰ ਬਿਰਸ਼ ਨੇ, ਤੇ ਸੇ ਭਲੀ ਪ੍ਰਕਾਰ ਜਿਹੜੇ ਖੰਡੰ ਜਿਹੜੇ ਖੰਡ ਨੇ, ਵੱਖੋ ਵੱਖਰੇ ਧਰਤੀ ਦੇ ਭਾਗ ਨੇ, ਸੂਬੇ ਜਾਂ ਪ੍ਰਾਂਤ ਨੇ, ਇਹ ਵੀ ਘਟਦੇ ਜਾਂਦੇ ਨੇ। ਇਹਨਾਂ ਦੀ ਉਮਰ ਵੀ ਘਟਦੀ ਜਾਂਦੀ, ਇਹਨਾਂ ਦੀ ਸ਼ਕਤੀ ਵੀ ਘਟਦੀ ਜਾਂਦੀ ਹੈ। ਅਥਵਾ ਸਖੰਡੰ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤਾ ਵੀ ਜਿਹੜੇ ਪਹਾੜਾਂ ਦੀਆਂ ਚੋਟੀਆਂ ਨੇ, ਸਰਿੰਗ ਨੇ, ਉਹ ਵੀ ਘਟਦੇ ਨੇ। ਆ ਜਿਹੜੇ ਬੜੇ ਬੜੇ ਉੱਚੇ ਪਹਾੜ ਨੇ ਇਹ ਵੀ ਖਿਸਕਦੇ ਨੇ, ਇਹਨਾਂ ਦੀ ਉਮਰ ਘਟਦੀ ਹੈ, ਇਹਨਾਂ ਦੀ ਵੀ ਸ਼ਕਤੀ ਨਾਸ ਹੋ ਰਹੀ ਹੈ। ਘਟਾਂਤ ਲਲਨਾ ਸੁਤ ਭਰਾਤ ਹੀਤੰ। ਲੋ ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ ਲਲਨਾ ਦਾ ਅਰਥ ਹੈ ਇਸਤਰੀ, ਸੁਤ ਪੁੱਤਰ ਤੇ ਭਰਾ, ਹੀਤੰਗ ਇਹਨਾਂ ਦਾ ਪ੍ਰੇਮ। ਘਟਾਂਤ ਇਹ ਵੀ ਪਾਈ ਹਮੇਸ਼ਾ ਲਈ। ਅਸੀਂ ਜਿਨ੍ਹਾਂ ਆਪਣੇ ਪਰਿਵਾਰ ਨਾਲ, ਪਤਨੀ ਨਾਲ, ਪੁੱਤਰਾਂ ਨਾਲ, ਭਰਾਵਾਂ ਨਾਲ ਪ੍ਰੇਮ ਕਰਦੇ ਹਾਂ, ਇਹ ਪ੍ਰੇਮ ਵੀ ਹੌਲੀ ਹੌਲੀ ਘਟਦਾ ਜਾਂਦਾ ਹੈ। ਕਈ ਵਾਰੀ ਇਹ ਪ੍ਰੇਮ ਘਟਦਾ ਅਸੀਂ ਬਿਲਕੁਲ ਇੱਕ ਦੂਸਰੇ ਦੇ ਨਾਲ ਮੋਹ ਪਿਆਰ ਕਰਨ ਨੂੰ ਬੰਦ ਹੀ ਹੋ ਜਾਂਦੇ। ਇਹਨਾਂ ਦਾ ਵੀ ਮੋਹ ਪਿਆਰ ਘਟਣ ਵਾਲਾ ਹੈ, ਨਾਸਵੰਤ ਹੈ। ਘਟਾਂਤ ਕਨਕ ਮਾਨਕ ਮਾਇਆ ਸਵੈ ਰੂਪੰ। ਲੋ ਇਹ ਸੋਨਾ ਤੇ ਮਾਨਕ ਜਿਹੜੇ ਕੋਈ ਹੀਰੇ ਮੋਤੀ ਜਵਾਹਰਾਤ ਨੇ, ਇਹਨਾਂ ਦੀ ਸੋਭਾ ਵੀ, ਇਹਨਾਂ ਦੀ ਕੀਮਤ ਵੀ, ਇਹਨਾਂ ਦੀ ਸ਼ਕਤੀ ਵੀ, ਇਹਨਾਂ ਦੀ ਸੋਭਾ ਵੀ ਹਮੇਸ਼ਾ ਲਈ ਘਟਦੀ ਰਹਿੰਦੀ ਹੈ। ਮਾਇਆ ਸਵੈ ਰੂਪੰ, ਹੋਰ ਜਿੰਨੇ ਮਾਇਆ ਦੇ ਸਰੂਪ ਨੇ, ਜੜ ਚੇਤਨ ਮਾਇਆ ਦੇ ਸਰੂਪ, ਉਹਨਾਂ ਦੀ ਵੀ ਸ਼ਕਤੀ, ਉਹਨਾਂ ਦੀ ਵੀ ਸੋਭਾ, ਉਹਨਾਂ ਦੀ ਵੀ ਉਮਰ ਘਟਦੀ ਰਹਿੰਦੀ ਹੈ। ਨਹਿ ਘਟਾਂਤ ਕੇਵਲ ਗੋਪਾਲ ਅਚੁੱਤ। ਨਾ ਘਟਣ ਵਾਲੀ ਕੋਈ ਚੀਜ਼, ਕੋਈ ਸ਼ਕਤੀ, ਕੋਈ ਵਸਤੂ ਹੈ। ਹਜੂਰ ਕਹਿੰਦੇ ਹਾਂ ਕੇਵਲ ਸਿਰਫ ਗੋਪਾਲ ਜੋ ਪ੍ਰਿਥਵੀ ਦਾ ਪਾਲਕ, ਅਚੋ ਦਾ ਅਰਥ ਹੈ ਗੜ ਸਰੂਪ, ਅਥਵਾ ਨਾਸ ਤੋਂ ਰਹਿਤ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀ ਸ਼ਕਤੀ, ਉਹਦੀ ਉਮਰ ਉਹ ਕਦੇ ਨਹੀਂ ਘਟਦੀ, ਕਿਉਂਕਿ ਵਾਹਿਗੁਰੂ ਸੱਚ ਸਰੂਪ ਹੈ।
ਅਸਥਰੰ ਨਾਨਕ ਸਾਧ ਜਨ। ਤੇ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਨੇ, ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋ ਸੀ, ਉਹ ਵੀ ਹਮੇਸ਼ਾ ਲਈ ਕਾਇਮ ਰਹਿੰਦੇ ਨੇ, ਉਹ ਵੀ ਅਚਲ ਰਹਿੰਦੇ ਨੇ। ਰੱਬ ਤੇ ਰੱਬ ਦੇ ਪਿਆਰੇ ਹਮੇਸ਼ਾ ਲਈ ਸਥਿਰ ਰਹਿੰਦੇ ਨੇ। ਜਿਵੇਂ ਪਾਣੀ ਤੇ ਪਾਣੀ ਦੀ ਲਹਿਰ ਦੋਵੇਂ ਇੱਕ ਰੂਪ ਜਦੋਂ ਹੋ ਜਾਂਦੇ ਨੇ ਤੇ ਫਿਰ ਉਹ ਦੋਵੇਂ ਸਥਿਰ ਰਹਿੰਦੇ ਨੇ। ਬਾਕੀ ਸਾਰੀਆਂ ਚੀਜ਼ਾਂ ਸਮੇਂ ਅਨੁਸਾਰ ਘਟਦੀਆਂ ਵੱਧਦੀਆਂ ਰਹਿੰਦੀਆਂ ਹਨ। ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਲੋ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਸਾਨੂੰ ਸਿੱਖਿਆ ਦਿੰਦੇ ਨੇ, ਭਾਈ ਨਹਿ ਬਿਲੰਬ ਧਰਮੰ। ਕੋਈ ਧਰਮ ਦਾ ਕੰਮ ਕਰਨਾ ਹੋਵੇ ਉਹਦੇ ਲਈ ਸਾਨੂੰ ਕਦੇ ਵੀ ਦੇਰ ਨਹੀਂ ਕਰਨੀ ਚਾਹੀਦੀ, ਕਦੇ ਢਿਲਮਠ ਨਹੀਂ ਕਰਨੀ ਚਾਹੀਦੀ। ਤੇ ਬਿਲੰਬ ਪਾਪੰ, ਜੇ ਪਾਪ ਕਰਨਾ ਹੋਵੇ ਉਹਦੇ ਲਈ ਦੇਰ ਕਰਨੀ ਕਈ ਵਾਰੀ ਲਾਭਦਾਇਕ ਹੁੰਦੀ ਹੈ। ਪਾਪ ਕਰਨ ਵੇਲੇ ਜ਼ਰੂਰ ਸੋਚੋ, ਇੱਕ ਵਾਰ ਨਹੀਂ 100 ਵਾਰੀ ਸੋਚੋ, ਪਾਪ ਤੋਂ ਬਚ ਸਕਦੇ ਹੋ। ਪਰ ਜਦੋਂ ਧਰਮ ਦਾ ਕੰਮ ਕਰਨਾ ਹੋ ਫਿਰ ਦੇਰ ਕਾਹਦੀ, ਫਿਰ ਸੋਚਣ ਦੀ ਕੀ ਲੋੜ ਹੈ। ਹੁਣ ਪਤਾ ਹੈ ਅੰਮ੍ਰਿਤ ਵੇਲੇ ਉੱਠਣਾ ਹੈ, ਨਿਤਨੇਮ ਕਰਨਾ, ਉਸ ਵੇਲੇ ਆਲਸ ਕਿਉਂ ਕਰਦੇ ਹਾਂ? ਸੇਵਾ ਕਰਨੀ ਹੈ, ਸਿਮਰਨ ਕਰਨਾ ਹੈ, ਬੰਦਗੀ ਕਰਨੀ ਹੈ, ਪੁੰਨ ਦਾਨ ਕਰਨਾ ਹੈ, ਸੇਵਾ ਕਰਨੀ, ਇਸੇ ਵੱਲੋਂ ਸਾਨੂੰ ਕਦੇ ਵੀ ਆਲਸ ਨਹੀਂ ਕਰਨੀ ਚਾਹੀਦੀ। ਪਰ ਸਾਡਾ ਸੁਭਾਅ ਇਹ ਬਣਿਆ ਹੋਇਆ ਹੈ, ਚੰਗਿਆਈ ਆਲਾ ਕਰੇ ਬਰਿਆਈ ਹੋਏ ਸਿਰ। ਅਸੀਂ ਚੰਗੇ ਕੰਮ ਲਈ ਆਲਸ ਕਰਦੇ ਹਾਂ, ਦਲਿੱਦਰ ਧਾਰਨ ਕਰਦੇ ਹਾਂ, ਤੇ ਮਾੜੇ ਕੰਮ ਲਈ ਸ਼ੇਰ, ਪੂਰੇ ਸ਼ੇਰ ਬਣ ਜਾਂਦੇ। ਅਥਵਾ ਕਈ ਵਿਦਵਾਨਾਂ ਨੇ ਸ਼ੇਰ ਦਾ ਅਰਥ ਸ਼ੇਰ ਵੀ ਕੀਤਾ। ਮਾੜੇ ਕੰਮ ਲਈ ਅਸੀਂ ਸ਼ੇਰ ਬਣ ਜਾਂਦੇ, ਕਹਿੰਦੇ ਲੈ ਤੇ ਹੁਣ ਇਹ ਵੀ ਸ਼ੇਰ ਬਣਿਆ ਫਿਰਦਾ। ਮਾੜੇ ਕੰਮ ਲਈ ਸ਼ੇਰ ਬਣਦੇ ਹਾਂ, ਪਰ ਚੰਗੇ ਕੰਮ ਲਈ ਵੀ ਸਾਨੂੰ ਸ਼ੇਰ ਬਣਨਾ ਚਾਹੀਦਾ। ਸੇਵਾ ਵਾਸਤੇ, ਬੰਦਗੀ ਵਾਸਤੇ ਵੀ ਸਾਨੂੰ ਉਦਮ ਉਪਰਾਲਾ ਕਰਨਾ ਚਾਹੀਦਾ ਹੈ। ਦ੍ਰਿੜੰਤ ਨਾਮੰ ਤਜੰਤ ਲੋਭੰ। ਲੋ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਚੰਗਾ ਕੰਮ ਕਿਹੜਾ ਹੈ? ਨਾਮ ਜਪਣਾ। ਦ੍ਰਿੜੰਤ ਨਾਮ, ਨਾਮ ਨੂੰ ਦ੍ਰਿੜ ਕਰਨ ਵਾਸਤੇ ਕਦੇ ਦੇਰ ਨਾ ਕਰੋ। ਤਜੰਤ ਲੋਭੰ, ਲੋਭ ਨੂੰ ਤਿਆਗਣਾ ਹੋਵੇ, ਕਿਉਂਕਿ ਪਾਪ ਦਾ ਬਾਪ ਲੋਭ ਹੈ। ਲੋਭ ਦੇ ਵਸ਼ ਆਦਮੀ ਉਹ ਕਿਹੜਾ ਪਾਪ ਹੈ ਜਿਹੜਾ ਨਹੀਂ ਕਰਦਾ? ਚੋਰੀ ਵੀ ਕਰਦਾ, ਗਰੀਬ ਮਾਰ ਵੀ ਕਰਦਾ, ਕਿਸੇ ਦਾ ਹੱਕ ਵੀ ਖੋਹਦਾ, ਕਿਸੇ ਨਾਲ ਠੱਗੀਆਂ ਵੀ ਮਾਰਦਾ ਫਿਰਦਾ, ਕਈਆਂ ਦੀ ਜਾਨ ਵੀ ਲੈ ਲੈਂਦਾ। ਲੋਭ ਦੇ ਵਸ਼ ਆਦਮੀ ਬੜੇ ਬੜੇ ਪਾਪ ਕਰਦਾ ਹੈ। ਇਸੇ ਲਈ ਹਾਜ਼ੂਰ ਕਹਿੰਦੇ ਜਿਹੜੇ ਧਰਮ ਦੇ ਕੰਮ ਨੇ ਨਾ, ਇਹਨਾਂ ਨੂੰ ਕਰਨ ਲੱਗਿਆਂ ਦੇਰ ਨਾ ਕਰੋ। ਨਾਮ ਨੂੰ ਦ੍ਰਿੜ ਕਰਨਾ ਹੋਵੇ, ਲੋਭ ਨੂੰ ਤਿਆਗਣਾ ਹੋਵੇ, ਇਸ ਨੂੰ ਕਦੇ ਵੀ ਇਹਦੇ ਲਈ ਬਹੁਤੀ ਦੇਰ ਨਾ ਕਰੋ, ਛੇਤੀ ਕੰਮ ਕਰ ਲਵੋ। ਸਰਣ ਸੰਤੰ ਕਿਲ ਵਿਖ ਨਾਸੰ। ਮਹਾਂਪੁਰਖਾਂ ਦੀ ਸ਼ਰਨ ਵਿੱਚ ਆਇਆ ਕਰੋ। ਇਹਦੇ ਨਾਲ ਕੀ ਹੋਵੇਗਾ? ਕਿਲ ਵਿਖ ਨਾਸੰ, ਤੁਹਾਡੇ ਕਿਲ ਵਿਖ ਦਾ ਅਰਥ ਹੈ ਜਿਹੜੇ ਕਿਲ ਨਿਸ਼ਚੇ ਕਰਕੇ ਵਿਖ ਵਿਆਹ ਰੂਪ ਜਿਹੜੇ ਬੱਜਰ ਪਾਪ ਨੇ। ਬ੍ਰਾਹਮਣ ਕੈਲੀ ਕਾਤ ਕੰਜਕਾ ਅਣਚਾਰੀ ਕਾ ਤਾਂ, ਇਹ 4 ਬੱਜਰ ਪਾਪ ਨੇ। ਇਸੇ ਤਰ੍ਹਾਂ 4 ਬੱਜਰ ਕੁਰੈਤਾ ਨੇ, ਹੁੱਕਾ ਹਜਾਮਤ ਹਲਾਲੋ ਰਾਮ, ਇਹ ਨਾਸ ਹੋ ਜਾਂਦੇ ਹਨ। ਪ੍ਰਾਪਤੰ ਧਰਮ ਲਖਿਆਣ। ਇਹ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਜਿਹੜੇ ਧਰਮ ਦੇ ਲੱਛਣ ਨੇ ਤੇ ਉਹ ਤੁਹਾਨੂੰ ਪ੍ਰਾਪਤ ਹੋ ਜਾਂਦੇ ਨੇ। ਲੱਖਣ ਤੋਂ ਭਾਵ ਹੈ ਜਿਹੜੇ ਧਰਮ ਦੇ ਚਿੰਨ੍ਹ ਨੇ, ਧਰਮ ਦੇ ਗੁਣ ਨੇ, ਉਹ ਤੁਹਾਨੂੰ ਪ੍ਰਾਪਤ ਹੋ ਸਕਦੇ ਨੇ। ਜਿਵੇਂ ਸਤ, ਸੰਤੋਖ, ਦਇਆ, ਧਰਮ, ਵਿਚਾਰ, ਕਰਨਾ, ਮੁਦਤਾ, ਮੈਤਰੀ, ਉਪੇਖਸ਼ਾ, ਵੈਰਾਗ, ਵਿਵੇਕ, ਖਟ ਸੰਪਤੀ, ਮਮੋਖਸ਼ਤਾ, ਸਰਵਣ, ਮੰਨਣ, ਨਿਧਿਆਸਨ, ਤਤਵੰਗ ਦਾ ਸੋਧਨ, ਧਰਮ ਦੇ ਲੱਛਣ ਨੇ। ਇਹ ਤੁਹਾਨੂੰ ਮਹਾਂਪੁਰਖਾਂ ਦੀ ਸ਼ਰਨ ਵਿੱਚੋਂ ਪ੍ਰਾਪਤ ਹੋ ਸਕਦੇ ਹਨ। ਨਾਨਕ ਜਿਹ ਸੋ ਪ੍ਰਸੰਨ ਮਾਧਵੈ। ਪਰ ਇਹ ਪ੍ਰਾਪਤ ਕਿਸ ਨੂੰ ਹੁੰਦੇ ਨੇ? ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਜੇ ਸੋ ਪ੍ਰਸੰਨ ਮਾਧਵੈ, ਸੋ ਭਲੀ ਪ੍ਰਕਾਰ ਜਿਨ੍ਹਾਂ ਤੇ ਮਾਧਵੈ ਮਾਇਆ ਦਾ ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ, ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੁੰਦਾ ਹੈ, ਫਿਰ ਉਹਨਾਂ ਨੂੰ ਜਿਹੜੇ ਧਰਮ ਦੇ ਲੱਛਣ ਨੇ, ਧਰਮ ਦੇ ਗੁਣ ਨੇ, ਧਰਮ ਦੇ ਚਿੰਨ੍ਹ ਨੇ, ਦੈਵੀ ਗੁਣ, ਦੈਵੀ ਸਾਧਨ, ਉਹ ਪ੍ਰਾਪਤ ਹੁੰਦੇ ਹਨ। 10 ਪੌੜੀਆਂ ਦੀ ਵਿਚਾਰ ਇੱਥੇ ਸੰਪੂਰਨ ਹੋਈ ਹੈ। ਬਾਕੀਆਂ ਦੀ ਵਿਚਾਰ ਕੱਲ੍ਹ ਨੂੰ ਸ਼ਾਮ ਦੇ ਦੀਵਾਨ ਵਿੱਚ ਸੰਗਤਾਂ ਸਰਵਣ ਕਰੋਗੇ। ਤੇ ਹੁਣ ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਰਣ ਸੰਤੰ ਕਿਲ ਵਿਖ ਨਾਸੰ ਪ੍ਰਾਪਤੰ ਧਰਮ ਲਖਿਆਣ।
ਨਾਨਕ ਜਿਹ ਸੋ ਪ੍ਰਸੰਨ ਮਾਧਵ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।